ਹੈਲੋ एवरीवन, मैं हाँ अमित ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਇਸ YouTube ਚੈਨਲ ਦੇ ਉੱਤੇ। ਹਮੇਸ਼ਾ ਦੀ ਤਰ੍ਹਾਂ ਵੈਰੀ ਗੁੱਡ ਈਵਨਿੰਗ ਐਵਰੀਬਡੀ, ਬਹੁਤ ਸਵਾਗਤ ਹੈ ਸਭ ਦਾ। ਸੋ ਅੱਜ ਹੈਗੀ ਹੈ 30 ਅਗਸਤ 2023 ਤੇ ਸਮਾਂ ਹੋ ਚੁੱਕਾ ਹੈ 7 ਵੱਜ ਚੁੱਕੇ ਨੇ ਸਵੇਰ ਦੇ। ਸੋ ਅੱਜ ਦੇ ਦਿਨ ਆਪਾਂ ਗੱਲ ਕਰਨ ਵਾਲੇ ਹਾਂ ਕਰੰਟ ਅਫੇਅਰਸ ਦੀ। ਜੀ ਹਾਂ, ਜਿੰਨੇ ਵੀ ਇੰਪੋਰਟੈਂਟ ਕਰੰਟ ਅਫੇਅਰ ਦੇ ਨੇ ਹੁਣ ਤੱਕ ਦੇ ਤਾਂ ਉਹਨਾਂ ਨੂੰ ਆਪਾਂ ਡਿਸਕਸ ਕਰਾਂਗੇ। ਹਮੇਸ਼ਾ ਦੀ ਤਰ੍ਹਾਂ ਸਾਡੀ ਲਾਈਵ ਕਲਾਸ ਚੱਲਦੀ ਹੈ। ਜਿਹੜੇ ਪਹਿਲੀ ਵਾਰੀ ਇਸ ਚੈਨਲ ਤੇ ਆਏ ਨੇ ਸੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਹਾਂਜੀ, PDF ਦੀ ਗੱਲ ਕਰਦੇ ਹਾਂ ਤਾਂ ਤੁਹਾਨੂੰ PDF ਹੈ ਜਿਹੜਾ ਉਹ ਸਾਡੇ ਟੈਲੀਗ੍ਰਾਮ ਚੈਨਲ ਦੇ ਉੱਤੇ ਜਿਹੜਾ ਲਿੰਕ ਆਪਣਾ YouTube ਦੇ ਉੱਤੇ ਦਿੱਤਾ ਹੋਇਆ, ਤੁਸੀਂ ਉੱਥੋਂ ਤੁਹਾਨੂੰ ਮਿਲ ਜਾਏਗਾ। ਤੇ ਅਗਰ ਟੈਲੀਗ੍ਰਾਮ ਚੈਨਲ ਤੁਹਾਨੂੰ ਫਿਰ ਨਹੀਂ ਮਿਲ ਰਿਹਾ ਤਾਂ ਮੈਂ ਤੁਹਾਨੂੰ ਦੁਬਾਰਾ ਦੱਸ ਦੇਣਾ ਕਿ ਪਾਠਸ਼ਾਲਾ ਟਰਾਂਸਫਾਰਮਿੰਗ ਫਿਊਚਰ, ਪੂਰਾ ਦੇਖੋ ਪਾਠਸ਼ਾਲਾ ਟਰਾਂਸਫਾਰਮਿੰਗ ਫਿਊਚਰ ਜਿਹੜਾ ਹੈ ਉਹ ਸਾਡੇ ਟੈਲੀਗ੍ਰਾਮ ਚੈਨਲ ਦਾ ਨਾਮ ਹੈ। ਤੁਸੀਂ ਉੱਥੋਂ ਜਿਹੜੀ ਹੈ PDF ਡੇਲੀ ਦੀਆਂ ਜਿਹੜੀ ਉਹ ਤੁਸੀਂ ਤੁਹਾਨੂੰ ਮਿਲ ਜਾਣਗੀਆਂ। ਠੀਕ ਹੈ, ਸੋ ਪੰਜਾਬ ਦੇ ਜਿੰਨੇ ਵੀ ਪੇਪਰ ਆਉਣ ਵਾਲੇ ਨੇ ਇਨ ਫਿਊਚਰ ਵੀ, ਤੇ ਜਿੰਨੇ ਵੀ ਤੁਸੀਂ SSC ਜਾਂ ਕਿਸੇ ਵੀ ਟਾਈਪ ਦੇ ਕੁਝ ਕੁਐਸਚਨਸ ਕਰਦੇ ਹੋ, ਸਿਰਫ ਇਹ ਹੈ ਕਿ ਮੇਰੀ ਲੈਂਗੁਏਜ ਜਿਹੜੀ ਉਹ ਪੰਜਾਬੀ ਦੇ ਵਿੱਚ ਹੈ ਤਾਂ ਕਰਨਾ ਆਪਾਂ ਸਾਰਾ ਕੁਝ ਡਿਸਕਸ ਓਵਰਆਲ ਪੂਰੇ ਵਰਲਡ ਦੀਆਂ ਹੀ ਨਿਊਜ਼ ਆਪਾਂ ਪੜਾਂਗੇ ਜਿਹੜੀਆਂ ਆਪਣੇ ਲਈ ਇੰਪੋਰਟੈਂਟ ਹੁੰਦੀਆਂ ਨੇ। ਠੀਕ ਹੈ ਜੀ, ਸੋ ਹਮੇਸ਼ਾ ਦੀ ਤਰ੍ਹਾਂ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਅੱਜ ਦੇ ਮੋਟੀਵੇਸ਼ਨ ਕੋਟ ਦੀ, ਜੋ ਹੈ ਤੁਹਾਡੇ ਸਾਹਮਣੇ। ਕੀ ਹੈ ਮੋਟੀਵੇਸ਼ਨ ਕੋਟ? ਫੇਲੀਅਰ ਇਜ਼ ਨਾਟ ਦ ਓਪੋਜ਼ਿਟ ਆਫ ਸਕਸੈਸ, ਇਟ ਇਜ਼ ਅ ਪਾਰਟ ਆਫ ਸਕਸੈਸ। ਕਹਿੰਦੇ ਫੇਲੀਅਰ ਹੈ ਜਿਹੜਾ ਉਹ ਸਕਸੈਸ ਦਾ ਓਪੋਜ਼ਿਟ ਨਹੀਂ ਹੁੰਦਾ, ਵਿਰੋਧੀ ਸ਼ਬਦ ਨਹੀਂ ਹੁੰਦਾ। ਇਹ ਕੀ ਹੁੰਦਾ? ਇੱਕ ਪਾਰਟ ਹੁੰਦਾ ਸਕਸੈਸ ਦਾ। ਜਦੋਂ ਵੀ ਕੋਈ ਬੰਦਾ ਸਕਸੈਸ ਹੁੰਦਾ ਨਾ ਤਾਂ ਉਹਦੇ ਪਿੱਛੇ ਜਿਹੜੇ ਫੇਲਸ ਨੇ ਨਾ, ਫੇਲੀਅਰਸ ਨੇ, ਉਹ ਆਪਾਂ ਨਹੀਂ ਦੇਖਦੇ। ਠੀਕ ਹੈ, ਜਿੰਨੇ ਵੀ ਬੰਦੇ ਸਕਸੈਸਫੁਲ ਹੋਏ ਨੇ ਉਹ ਨਾ ਕਿਸੇ ਚੀਜ਼ ਦੇ ਵਿੱਚ ਫੇਲ ਹੋ ਕੇ ਦੈਨ ਉਹ ਸਕਸੈਸ ਹੋਏ ਨੇ। ਠੀਕ ਹੈ, ਸੋ ਇਹ ਚੀਜ਼ਾਂ ਨੂੰ ਤੁਸੀਂ ਵੀ ਯਾਦ ਰੱਖਣਾ। ਠੀਕ ਹੈ, ਸੋ ਘਬਰਾਉਣਾ ਨਹੀਂ, ਚੱਲਦੇ ਰਹਿਣਾ, ਸਕਸੈਸ ਤੁਹਾਨੂੰ ਜ਼ਰੂਰ ਮਿਲੇਗੀ। ਚਲੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅੱਜ ਦੇ ਜਿਹੜਾ ਡੇ ਹੈ 29 ਅਗਸਤ ਨੂੰ ਜਿਹੜਾ ਦਿਨ ਮਨਾਇਆ ਜਾਂਦਾ ਹੈ ਉਹ ਹੁੰਦਾ ਜੀ ਨੈਸ਼ਨਲ ਸਪੋਰਟਸ ਡੇ। ਨੈਸ਼ਨਲ ਸਪੋਰਟਸ ਡੇ ਤੁਹਾਡੇ ਸਾਹਮਣੇ ਬॉयਜ਼ ਨੇ ਜਿਹੜੇ ਉਹ ਖੇਡ ਰਹੇ ਨੇ, ਕੋਈ ਨਾ ਕੋਈ ਗੇਮਸ ਨੇ ਜਿਹੜੀਆਂ ਉਹ ਖੇਡ ਰਹੇ ਨੇ, ਕੋਈ ਨਾ ਕੋਈ ਸਪੋਰਟ ਹੈ ਜਿਹੜੀ ਉਹ ਖੇਡ ਰਹੇ ਨੇ। ਸੋ ਇਹ ਇਸੇ ਚੀਜ਼ ਨੂੰ ਲੈ ਕੇ ਕੀ ਮਨਾਇਆ ਜਾਂਦਾ? ਸਪੋਰਟਸ ਡੇ ਜਿਹੜਾ ਹੈ ਇੰਡੀਆ ਦੇ ਵਿੱਚ ਮਨਾਇਆ ਜਾਂਦਾ। ਚਲੋ 29 ਅਗਸਤ ਯਾਨੀ ਕਿ ਕੱਲ੍ਹ ਦੇ ਦਿਨ ਸੀਗਾ ਤੁਹਾਡਾ ਨੈਸ਼ਨਲ ਸਪੋਰਟਸ ਡੇ। ਸੋ 29 ਅਗਸਤ ਨੂੰ ਮਨਾਇਆ ਜਾਂਦਾ ਹੈ। ਅੱਛਾ, ਕਿਉਂ ਮਨਾਇਆ ਜਾਂਦਾ ਹੈ ਇਹ ਵੀ ਬਾਰੇ ਪੜਾਂਗੇ। ਸਭ ਤੋਂ ਪਹਿਲਾਂ ਦੇਖੋ 29 ਅਗਸਤ 2023 ਨੂੰ ਮਨਾਇਆ ਜਾਂਦਾ ਜੀ, ਹਰ ਸਾਲ ਮਨਾਇਆ ਜਾਂਦਾ। ਤੇ ਇਹ ਕੀ ਕਹਿੰਦੇ? ਟ੍ਰਿਬਿਊਟ ਦਿੰਦੇ ਮੇਜਰ ਧਿਆਨ ਚੰਦ ਜੀ ਨੂੰ। ਇਹ ਕੀ ਮੰਨਦੇ ਆਪਾਂ? ਟ੍ਰਿਬਿਊਟ ਦਿੰਦੇ ਆ। ਠੀਕ ਹੈ, ਉਹਨਾਂ ਬਾਰੇ ਵੀ ਪੜਾਂਗੇ। ਸੋ ਦ ਡੇ ਆਲਸੋ ਸਰਵ ਐਜ਼ ਅ ਰਿਮਾਈਂਡਰ ਫॉर ਆਲ ਆਫ ਅਸ, ਸਾਨੂੰ ਸਾਰਿਆਂ ਨੂੰ ਯਾਦ ਕਰਾਉਂਦਾ ਕਿ ਕੰਟਰੀਬਿਊਸ਼ਨ, ਡਿਟਰਮੀਨੇਸ਼ਨ ਐਂਡ ਐਕਸਟਰਾ ਆਰਡੀਨਰੀ ਅਚੀਵਮੈਂਟਸ ਆਫ ਐਥਲੀਟਸ, ਜਿੰਨੇ ਵੀ ਐਥਲੀਟ ਹੋਏ ਨੇ ਆਪਣੇ, ਉਹਨਾਂ ਦੀਆਂ ਕੰਟਰੀਬਿਊਸ਼ਨ ਕੀ ਹੈ, ਉਹਨਾਂ ਦੀ ਜਿਹੜੀ ਹੈ ਡਿਟਰਮੀਨੇਸ਼ਨ ਕੀ ਹੈ, ਕੋਈ ਨਾ ਕੋਈ ਅਚੀਵਮੈਂਟਸ ਨੇ ਜਿਹੜੇ ਵੀ ਐਥਲੀਟਸ ਆਪਣੇ ਹੋਏ ਨੇ ਇੰਡੀਆ ਦੇ, ਸੋ ਉਹਨਾਂ ਦੀਆਂ ਕੀ ਨੇ। ਠੀਕ ਹੈ, ਉਹਨਾਂ ਦਾ ਜਿਹੜੀ ਸਾਡੀ ਸੁਸਾਇਟੀ ਹੈ ਉਹਦੇ ਤੇ ਪ੍ਰਭਾਵ ਯਾਨੀ ਕਿ ਇੰਪੈਕਟ ਕੀ ਪਿਆ, ਇਨਫਲੂਐਂਸ ਕੀ ਪਈ ਹੈ। ਇਸ ਵਾਰ ਦੀ ਜਿਹੜੀ ਥੀਮ ਹੈ ਬੇਟਾ 2023 ਦੀ ਤੁਸੀਂ ਯਾਦ ਰੱਖਣੀ ਹੈ, ਸਪੋਰਟਸ ਆਰ ਐਨ ਇਨੇਬਲਰ ਟੂ ਐਨ ਇਨਕਲੂਸਿਵ ਐਂਡ ਫਿਟ ਸੁਸਾਇਟੀ। ਸਪੋਰਟਸ ਆਰ ਇਨੇਬਲਰ ਟੂ ਐਨ ਇਨਕਲੂਸਿਵ ਐਂਡ ਫਿਟ ਸੁਸਾਇਟੀ। ਇਹ ਵਰਡਸ ਤੁਹਾਨੂੰ ਯਾਦ ਹੋਣੇ ਚਾਹੀਦੇ ਨੇ। ਥੀਮ ਤੁਹਾਨੂੰ ਯਾਦ ਰੱਖਣੀ ਹੈ, ਡੇ ਤੁਸੀਂ ਯਾਦ ਰੱਖਣਾ ਹੈ। ਕਲੀਅਰ ਹੋ ਗਈ ਗੱਲ? ਚਲੋ ਜੀ ਨੈਕਸਟ ਦੀ ਗੱਲ ਕਰਦੇ ਹਾਂ। ਇਹ ਤੁਹਾਡੇ ਸਾਹਮਣੇ ਪਿਕਚਰ ਹੈ ਨੈਸ਼ਨਲ ਸਪੋਰਟਸ ਡੇ ਦੀ 29 ਅਗਸਤ, ਬਹੁਤ ਜ਼ਿਆਦਾ ਇੰਪੋਰਟੈਂਟ ਹੋ ਗਈ ਤੁਹਾਡੇ ਲਈ। ਚਲੋ ਹੁਣ ਇਹਦੇ ਬਾਰੇ ਥੋੜੀ ਜਿਹੀ ਆਪਾਂ ਇਤਿਹਾਸ ਜਿਹੜਾ ਇਹਦਾ ਜਾਣ ਲੈਂਦੇ ਹਾਂ, ਇਹਦੀ ਹਿਸਟਰੀ ਜਾਣ ਲੈਂਦੇ ਹਾਂ, ਇਹਦੇ ਪਿੱਛੇ ਬੈਕਗਰਾਉਂਡ ਹੈ ਜਿਹੜਾ ਉਹ ਜਾਣ ਲੈਂਦੇ ਹਾਂ। ਦ ਰੂਟ ਆਫ ਨੈਸ਼ਨਲ ਸਪੋਰਟ ਡੇ ਇਨ ਇੰਡੀਆ ਕੈਨ ਬੀ ਟ੍ਰੇਸਡ ਬੈਕ ਟੂ ਦ ਬਰਥ। ਕਿਹਦੇ ਬਰਥ? ਮੇਜਰ ਧਿਆਨ ਚੰਦ ਜੀ ਦੇ ਬਰਥ ਐਨੀਵਰਸਰੀ ਨੂੰ ਦੇਖ ਕੇ ਇਹ ਚੀਜ਼ ਮਨਾਈ ਜਾਂਦੀ ਹੈ। ਠੀਕ ਹੈ ਜੀ, ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਉਹਨਾਂ ਦਾ ਜਨਮ ਜਿਹੜਾ ਹੋਇਆ ਸੀਗਾ 29 ਅਗਸਤ 1905 ਨੂੰ ਹੋਇਆ ਸੀਗਾ। ਠੀਕ ਹੈ, ਹੀ ਸਟਾਰਟਡ ਆਫ ਹਿਜ਼ ਕਰੀਅਰ ਬ੍ਰਿਟਿਸ਼ ਇੰਡੀਅਨ ਆਰਮੀ ਜਿਹੜੀ ਸੀ ਉਹਨਾਂ ਨੇ ਚੂਜ਼ ਕੀਤੀ ਸੀ। ਠੀਕ ਹੈ, ਉਹਦੇ ਰੈਜੀਮੈਂਟ ਦੇ ਵਿੱਚ ਚਲ ਗਏ ਸੀ ਉਹ। ਹਿਜ਼ ਸਕਿੱਲਸ ਮੈਸਮਰਾਈਜ਼ਡ ਦ ਵਰਲਡ, ਗਾਈਡਿੰਗ ਇੰਡੀਆ ਟੂ 3 ਕੰਜ਼ੈਕਟਿਵ ਓਲੰਪਿਕ ਗੋਲਡ ਮੈਡਲਸ। ਇਹਨਾਂ ਨੇ ਦਿਵਾਏ ਨੇ ਕਿਹੜੇ 1928, 1932 ਤੇ 1936 ਦੇ ਵਿੱਚ ਉਹਨਾਂ ਨੂੰ ਓਲੰਪਿਕਸ ਮਿਲੇ ਨੇ। 28 ਯਾਦ ਰੱਖਣਾ ਹੈ, 32 ਯਾਦ ਰੱਖਣਾ ਹੈ ਤੇ 36 ਯਾਦ ਰੱਖਣਾ ਹੈ। ਠੀਕ ਹੈ, ਜਾਣੀ ਕਿ ਕਹਿੰਦਾ ਮਤਲਬ ਕੀ ਹੈ, ਇੰਡੀਆ ਦੇ ਆਜ਼ਾਦ ਹੋਣ ਤੋਂ ਪਹਿਲਾਂ ਦੀਆਂ ਗੱਲਾਂ ਨੇ। ਚਲੋ ਸੋ ਹੁਣ ਆਪਾਂ ਗੱਲ ਕਰਦੇ ਹਾਂ ਕਿ 2012 ਦੇ ਵਿੱਚ ਸਾਡੀ ਗਵਰਨਮੈਂਟ ਹੈ ਜਿਹੜੀ ਗਵਰਨਮੈਂਟ ਆਫ ਇੰਡੀਆ, ਇਹਨੇ ਡਿਸਾਈਡ ਕੀਤਾ ਕਿ ਧਿਆਨ ਚੰਦ ਜੀ ਦੇ ਬਰਥਡੇ ਨੂੰ ਹੀ ਆਪਾਂ ਕੀ ਮਨਾਵਾਂਗੇ? ਨੈਸ਼ਨਲ ਸਪੋਰਟਸ ਡੇ। ਇਹ ਕਦੋਂ ਤੋਂ ਮਨਾਉਣਾ ਸਟਾਰਟ ਕੀਤਾ ਜੀ? 12 ਨੂੰ ਇਹ ਚੀਜ਼ ਇਹਨਾਂ ਨੇ ਡਿਕਲੇਅਰ ਕੀਤੀ ਸੀ ਗਵਰਨਮੈਂਟ ਆਫ ਇੰਡੀਆ ਨੇ। ਸਮਝ ਆ ਗਈ ਤੁਹਾਨੂੰ?
ਚਲੋ ਸੋ ਦ ਡਿਸੀਜਨ ਵਾਜ਼ ਆਲਸੋ ਫੋਕਸ, ਇਹ ਹੋਰ ਕਿਸ ਚੀਜ਼ ਨੂੰ ਫੋਕਸ ਕਰਦਾ ਹੈ, ਇਕੱਲੇ ਬਰਥਡੇ ਨੂੰ ਤਾਂ ਚਲੋ ਇੰਪੋਰਟੈਂਟ ਹੈ ਹੀ ਹੈ, ਇਹਨਾਂ ਦੇ ਬਰਥ ਐਨੀਵਰਸਰੀ ਨੂੰ ਇੰਪੋਰਟੈਂਟ ਤਾਂ ਹੈ, ਲੇਕਿਨ ਕੀ ਹੈ ਆਪਾਂ ਕੀ ਕਰਨਾ ਹੈ, ਸਪੋਰਟਸ ਫਿਜ਼ੀਕਲ ਫਿਟਨੈਸ ਇਹ ਹੈ ਜਿਹੜੀ ਇਹਦੇ ਤੇ ਫੋਕਸ ਕਰਨਾ। ਜਿੰਨੇ ਵੀ ਕਰਾਊਡ ਹੈ ਆਪਣਾ, ਜਿੰਨਾ ਵੀ ਇੰਡੀਅਨਸ ਨੇ ਉਹਨਾਂ ਸਾਰਿਆਂ ਨੂੰ ਇੱਕ ਤਰੀਕੇ ਨਾਲ ਆਪਾਂ ਨੇ ਕੀ ਕਰਨਾ ਹੈ, ਫੋਕਸ ਕਰਨਾ ਕਿ ਉਹਨਾਂ ਦਾ ਕਿ ਫਿਜ਼ੀਕਲ ਫਿਟਨੈਸ ਕੀ ਚੀਜ਼ ਹੈ, ਸਮਝ ਆ ਗਈ ਹੈ ਕਿ ਜਿਹੜੀਆਂ ਸਪੋਰਟਸ ਨੇ ਉਹ ਕੀ ਚੀਜ਼ ਹੈ। ਸੋ ਨੈਸ਼ਨਲ ਸਪੋਰਟਸ ਡੇ ਜਿਹੜਾ ਆ ਅੱਜ ਦੇ ਦਿਨ ਵਾਲਾ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਗਿਆ। ਚਲੋ ਨੈਕਸਟ ਦੀ ਗੱਲ ਕਰਦੇ ਆ ਓਨਮ। ਸੋ ਓਨਮ ਜਿਹੜੇ ਬੱਚੇ ਪਹਿਲਾਂ ਪੜ੍ਹ ਚੁੱਕੇ ਨੇ ਇਹ ਚੀਜ਼ਾਂ ਨੂੰ ਤਾਂ ਉਹਨਾਂ ਨੂੰ ਪਤਾ ਹੋਊਗਾ ਕਿ ਕੀ ਚੀਜ਼ ਹੁੰਦੀ ਆ ਓਨਮ। ਓਨਮ ਇੱਕ ਕੇਰਲਾ ਦਾ ਤਿਉਹਾਰ ਹੈ, ਕੇਰਲਾ ਸਟੇਟ ਹੈ ਜਿਹੜੀ ਇੰਡੀਆ ਦੀ, ਉੱਥੋਂ ਦਾ ਇੱਕ ਤਿਉਹਾਰ ਹੈ। ਜਿਵੇਂ ਕਿ ਆਪਾਂ ਮੰਨ ਕੇ ਚੱਲਦੇ ਹਾਂ ਕਿ ਇੰਡੀਆ ਪੰਜਾਬ ਦੇ ਵਿੱਚ ਜੇ ਆਪਾਂ ਵਿਸਾਖੀ ਮਨਾਉਂਦੇ ਹਾਂ, ਹੈ ਨਾ, ਵਿਸਾਖੀ ਮਨਾਉਂਦੇ ਹਾਂ। ਸੋ ਵਿਸਾਖੀ ਜਿਹੜੀ ਮਨਾਉਂਦੇ ਆ ਪੰਜਾਬ ਦੇ ਵਿੱਚ ਉਹ ਆਪਾਂ ਕਦੋਂ ਮਨਾਉਂਦੇ ਹਾਂ, ਅਪ੍ਰੈਲ ਦੇ ਵਿੱਚ ਮਨਾਉਂਦੇ ਹਾਂ। ਲੇਕਿਨ ਜੇ ਆਪਾਂ ਅਗਸਤ ਦੀ ਗੱਲ ਕਰਦੇ ਹਾਂ, ਓਨਮ ਆ ਜਿਹੜਾ ਉਹ ਅਗਸਤ ਨੂੰ ਕਿਸੇ ਦੀਆਂ ਫਸਲਾਂ ਪੱਕਣ ਤੇ ਮਨਾਇਆ ਜਾਂਦਾ ਹੈ। ਠੀਕ ਹੈ, ਇਹਦੇ ਵਿੱਚ ਕੀ ਹੁੰਦਾ ਹੈ, ਇਸ ਤਰੀਕੇ ਦੇ ਜਿਹੜੇ ਫਲਾਵਰਸ ਹੁੰਦੇ ਨੇ ਨਾ ਉਹਨਾਂ ਦੀ ਜਿਹੜੀ ਹੈ ਡੈਕੋਰੇਸ਼ਨ ਕੀਤੀ ਜਾਂਦੀ ਹੈ, ਬੜੇ ਸੋਹਣੇ ਸੋਹਣੇ ਕੱਪੜੇ ਪਾਏ ਜਾਂਦੇ ਨੇ, ਬੜੇ ਅਲੱਗ ਤਰੀਕੇ ਦੇ ਡਾਂਸ ਕੀਤੇ ਜਾਂਦੇ ਨੇ। ਆਪਾਂ ਸਾਰਾ ਕੁਝ ਡਿਸਕਸ ਕਰਾਂਗੇ। ਦੇਖੋ ਇਹ ਪਿੰਗਾ ਝੂਟ ਰਹੀਆਂ ਨੇ ਲੇਡੀਜ਼, ਠੀਕ ਹੈ। ਸੋ ਓਨਮ ਹੈ ਕੁਝ ਇਸ ਤਰੀਕੇ ਦਾ ਤਿਉਹਾਰ ਹੈ। ਚਲੋ ਦੇਖਦੇ ਹਾਂ ਥਿਰੂਵੋਨਮ, ਇਸ ਚੀਜ਼ ਨੂੰ ਥਿਰੂਵੋਨਮ ਵੀ ਕਹਿ ਸਕਦੇ ਹਾਂ, ਠੀਕ ਹੈ, ਥਿਰੂਵੋਨਮ। ਚਲਿਏ ਨੈਕਸਟ ਦੀ ਗੱਲ ਕਰਦੇ ਹਾਂ ਬੇਟਾ ਓਨਮ 2023 ਦੀਆਂ ਜਿਹੜੀ ਇੰਪੋਰਟੈਂਸ ਹੈ ਜਾਣਦੇ ਹਾਂ, ਉਹਦੀਆਂ ਥੋੜੇ ਜਿਹੇ ਪੁਆਇੰਟਸ ਦੇਖਦੇ ਹਾਂ ਵੀ ਕਿੱਦਾਂ ਦੇ ਜਿਹੜੀਆਂ ਨੇ ਇੰਪੋਰਟੈਂਟ ਰਹਿੰਦੇ ਨੇ। The enchanting festives of Onam 2023 ਇੰਪੋਰਟੈਂਟ 20 ਅਗਸਤ ਤੋਂ ਲੈ ਕੇ ਲੋਕੀ 31 ਅਗਸਤ ਤੱਕ ਇਹ ਮਨਾਉਂਦੇ ਨੇ। ਕਲੀਅਰ ਹੈ, ਇਸ ਸਾਲ ਇਹ 20 ਅਗਸਤ ਤੋਂ ਲੈ ਕੇ 31 ਅਗਸਤ ਤੱਕ ਮਨਾਇਆ ਜਾ ਰਿਹਾ ਹੈ। Onam is a vibrant and cultural rich festival celebrated in the state of Kerala। ਇਹ ਚੀਜ਼ ਮੈਂ ਤੁਹਾਨੂੰ ਦੱਸ ਚੁੱਕਿਆ। This 10-day festival hold deep significance is a unifying celebration for the people of all regions। ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਕੇ ਇਸ ਫੈਸਟੀਵਲ ਨੂੰ ਮਨਾਉਂਦੇ ਨੇ। The festival is marked by the intricate floral designs, ਠੀਕ ਹੈ, ਜਿੰਨੇ ਵੀ ਫੁੱਲਾਂ ਦੇ ਡਿਜ਼ਾਈਨ ਬਣਾਉਂਦੇ ਨੇ ਉਹਨੂੰ ਕੀ ਕਿਹਾ ਜਾਂਦਾ ਹੈ, ਬਹੁਤ ਇੰਪੋਰਟੈਂਟ, ਪੁੱਕਲਮ, ਪੁੱਕਲਮ, ਰਾਈਟ। ਸੋ ਪੀਪਲ ਵੇਅਰ ਨਿਊ ਕਲੋਥਸ ਨੋਨ ਐਜ਼ ਓਨਾਕੁੜੀ, ਓਨਾਕੁੜੀ ਕਹਿੰਦੇ ਨੇ ਇਸ ਓਕੇਜਨ ਦੇ ਜਿਹੜੇ ਕੱਪੜੇ ਪਾਉਂਦੇ ਨੇ ਉਹਨੂੰ ਓਨਾਕੁੜੀ ਕਹਿੰਦੇ ਨੇ। ਜਿਹੜੇ ਫੁੱਲਾਂ ਦੀ ਡਿਜ਼ਾਈਨ ਬਣਾਉਂਦੇ ਨੇ ਉਹਨਾਂ ਨੂੰ ਕੀ ਕਹਿੰਦੇ ਨੇ, ਪੁੱਕਲਮ, ਰਾਈਟ। ਸੋ ਟ੍ਰੈਡੀਸ਼ਨਲ ਕਥਕਲੀ ਜਿਹੜਾ ਡਾਂਸ ਹੈ ਉਹ ਕੀਤਾ ਜਾਂਦਾ ਹੈ, ਮਿਊਜ਼ਿਕ ਚੱਲਦਾ ਹੈ, ਆਰਟ ਚੱਲਦੇ ਨੇ, ਭੰਗੜੇ ਪਾਉਂਦੇ ਨੇ। ਭੰਗੜੇ ਦਾ ਮਤਲਬ ਚਲੋ ਪੰਜਾਬ 'ਚ ਪਾਉਂਦੇ ਨੇ ਲੇਕਿਨ ਉਹਨਾਂ ਦਾ ਭੰਗੜਾ ਵੱਖਰਾ ਟਾਈਪ, ਉਹਨਾਂ ਮਤਲਬ ਉਹਨਾਂ ਦਾ ਡਾਂਸ ਕਰਦੇ ਨੇ। ਕਲੀਅਰ ਹੈ, ਭੰਗੜਾ ਨਹੀਂ ਮਤਲਬ ਡਾਂਸ ਕਰਦੇ ਨੇ, ਠੀਕ ਹੈ। ਦੇ ਪਰਫਾਰਮ ਦਾ ਐਨਰਜੈਟਿਕ ਪੁਲੀਕਲੀ ਡਾਂਸ। ਸੋ ਉਹਨਾਂ ਦਾ ਜਿਹੜਾ ਇੰਪੋਰਟੈਂਟ ਹੈ ਪੁਲੀਕਲੀ। ਹੁਣ ਤੁਹਾਨੂੰ ਕੀ ਪੁੱਛਿਆ ਜਾ ਸਕਦਾ, ਪੁਲੀਕਲੀ ਡਾਂਸ ਕਿੱਥੋਂ ਦਾ? ਤੁਸੀਂ ਕਹੋਗੇ ਸਰ ਜੀ ਮੈਂ ਡਾਂਸ ਸਾਰੇ ਕਿੱਥੋਂ ਸਿੱਖਾਂ, ਲੇਕਿਨ ਕਰੰਟ ਦੇ ਵਿੱਚ ਨਿਊਜ਼ ਆ ਗਈ ਇਸ ਲਈ ਮੈਂ ਤੁਹਾਨੂੰ ਇਹਦੀ ਹਿਸਟਰੀ ਵੀ ਜਿਹੜੀ ਹੈ ਉਹ ਦੱਸਦੀ, ਠੀਕ ਹੈ। ਸੋ ਆਈ ਹੋਪ ਤੁਸੀਂ ਸਮਝ ਗਏ ਹੋਗੇ। ਚਲੋ ਨੈਕਸਟ ਦੀ ਗੱਲ ਕਰਦੇ ਆ ਮਿਨਿਸਟਰ ਆਫ ਕਲਚਰ। ਜਿਹੜੇ ਕੇਰਲਾ ਦੇ ਮਿਨਿਸਟਰ ਆਫ ਕਲਚਰ ਨੇ ਉਹਨਾਂ ਦਾ ਨਾਮ ਹੈਗਾ ਸਾਜੀ ਚੇਰੀਆਂ। ਸਾਜੀ ਚੇਰੀਆਂ ਜਿਹੜਾ ਆ ਉੱਥੋਂ ਦੇ ਮਿਨਿਸਟਰ ਆਫ ਕਲਚਰ ਦਾ ਜਿਹੜਾ ਉਹ ਨਾਮ ਹੈ। ਕਲੀਅਰ ਹੈ ਜੀ ਕੇਰਲਾ ਦੇ। ਚਲੋ ਤੁਸੀਂ ਕਮੈਂਟ ਸੈਕਸ਼ਨ 'ਚ ਦੱਸਣਾ ਉਹਨਾਂ ਦੇ ਸੀਐਮ ਦਾ ਨਾਮ ਕੀ ਹੈ ਕੇਰਲਾ ਦੇ। ਸੋ ਇੰਟਰਨੈਸ਼ਨਲ ਵੇਲ ਸ਼ਾਰਕ ਡੇ, ਇੰਟਰਨੈਸ਼ਨਲ ਵੇਲ ਸ਼ਾਰਕ ਡੇ ਜਿਹੜਾ ਆ 2023 ਦਾ ਹੈ ਉਹ ਕਿਸ ਦਿਨ ਮਨਾਇਆ ਜਾਂਦਾ ਹੈ? ਸੋ ਅੱਜ ਦੇ ਦਿਨ ਹੀ ਮਨਾਇਆ ਜਾਂਦਾ ਹੈ, 30 ਆਫ ਅਗਸਤ ਨੂੰ ਮਨਾਇਆ ਜਾਂਦਾ ਵੇਲ ਸ਼ਾਰਕ ਡੇ, ਠੀਕ ਹੈ, ਇੰਟਰਨੈਸ਼ਨਲੀ। ਸੋ ਚਲੋ ਦੇਖਦੇ ਹਾਂ ਵੇਲ ਸ਼ਾਰਕ ਦਾ ਮਤਲਬ ਕੀ ਹੈ। ਸਭ ਤੋਂ ਵੱਡੀ ਕੀ ਹੈ ਜੀ, ਇਹ ਮੈਮਲ ਹੈ। ਅਗਰ ਮੈਂ ਵੇਲ ਦੀ ਗੱਲ ਕਰਦਾ ਤਾਂ ਸਭ ਤੋਂ ਵੱਡੀ ਮੈਮਲ ਹੈ, ਠੀਕ ਹੈ। ਇਹਨਾਂ ਨੂੰ ਮਤਲਬ ਕਿ ਇਨਸਾਨ ਨੇ ਜਿਹੜੇ ਹਿਊਮਨ ਬੀਇੰਗਸ ਨੇ ਇਹਨਾਂ ਨੂੰ ਨੁਕਸਾਨ ਕੋਈ ਨਹੀਂ ਪਹੁੰਚਾ ਰਹੇ, ਨਾ ਇਹ ਹਿਊਮਨਸ ਬੀਇੰਗ ਨੂੰ ਨੁਕਸਾਨ ਪਹੁੰਚਾ ਰਹੀਆਂ, ਲੇਕਿਨ ਫਿਰ ਵੀ ਇਹ ਇੰਡੇਂਜਰਡ ਸਪੀਸ਼ੀਜ਼ ਹੋ ਰਹੀਆਂ ਨੇ, ਠੀਕ ਹੈ। ਆਪਾਂ ਰੀਜ਼ਨ ਦੇਖਦੇ ਹਾਂ। ਚਲੋ ਇੰਟਰਨੈਸ਼ਨਲ ਵੇਲ ਸ਼ਾਰਕ ਡੇ ਜਿਹੜਾ ਹੈ ਉਹ 30 ਅਗਸਤ ਨੂੰ ਮਨਾਇਆ ਜਾਂਦਾ ਹੈ, ਇੰਪੋਰਟੈਂਟ ਹੈ, ਟੂ ਰੇਜ਼ ਦਾ ਅਵੇਅਰਨੈਸ ਅਬਾਊਟ ਦਾ ਪਲਾਈਟ, ਠੀਕ ਹੈ, ਆਫ ਵੇਲ ਸ਼ਾਰਕਸ। ਸੋ ਐਕਚੁਅਲ ਦੇ ਵਿੱਚ ਜਿਹੜਾ ਉਹਨਾਂ ਤੇ ਅਤਿਆਚਾਰ ਹੋ ਰਿਹਾ, ਕਹਿਣ ਦਾ ਮਤਲਬ ਕੀ ਹੈ, ਉਹਨਾਂ ਦੀ ਜਿਹੜੀ ਡੀਗ੍ਰੇਡੇਸ਼ਨ ਹੋ ਰਹੀ ਹੈ, ਜਿਹੜੀ ਉਹਨਾਂ ਦੀ ਵੈਲਿਊ ਕੁਆਂਟੀਟੀ ਆ ਉਹ ਘਟਦੀ ਹੀ ਜਾ ਰਹੀ ਹੈ। ਉਹਦੇ ਪਿੱਛੇ ਰੀਜ਼ਨ ਕਿਉਂ ਹੈ? ਇਹ ਸਭ ਤੋਂ ਵੱਡੀ ਲਾਰਜੈਸਟ ਫਿਸ਼ ਇਨ ਦਾ ਵਰਲਡ ਹੈ। ਵੇਲ ਸ਼ਾਰਕ ਆਰ ਫਿਲਟਰ ਫੀਡਰਸ ਐਂਡ ਡੂ ਨਾਟ ਪੋਜ਼ ਅ ਥ੍ਰੈਟ ਟੂ ਹਿਊਮਨਸ। ਮੈਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਇਹਨਾਂ ਦਾ ਡਰ ਨਹੀਂ ਹੈਗਾ ਹਿਊਮਨਸ ਨੂੰ, ਹੈ ਨਾ, ਆਪਾਂ ਨੂੰ ਕੁਝ ਨਹੀਂ ਕਹਿੰਦੀਆਂ ਇਹ, ਲੇਕਿਨ ਹਾਊ ਐਵਰ ਦੇ ਆਰ ਵਲਨਰੇਬਲ। ਉਹ ਕੀ ਕਰਨੀਆਂ ਨੇ, ਵਲਨਰੇਬਲ। ਕਿਉਂ? ਦੇਖੋ ਓਵਰ ਫਿਸ਼ਿੰਗ, ਹੈਬੀਟੈਟ ਲਾਸ। ਫੋਰ ਐਗਜ਼ਾਮਪਲ ਕਿ ਮੈਂ ਉੱਥੇ ਜਾ ਕੇ ਕਿਸੇ ਉਹਨਾਂ ਦੇ ਹੈਬੀਟੈਟ ਨੂੰ ਨੁਕਸਾਨ ਪਹੁੰਚਾਤਾ ਜਿੱਥੇ ਉਹ ਰਹਿੰਦੇ ਨੇ, ਜਾਂ ਫਿਰ ਉਹਨਾਂ ਦੀਆਂ ਜਿਹੜੀਆਂ ਮੱਛਲੀਆਂ ਨੇ ਮੈਂ ਖਾਈ ਗਿਆ। ਮਤਲਬ ਕਹਿਣ ਦਾ ਮਤਲਬ ਕੀ ਹੈ ਕਿ ਮੱਛਲੀਆਂ ਉਹਨਾਂ ਦੀਆਂ ਛੋਟੀਆਂ ਜਿਹੜੀਆਂ ਨੇ ਆਪਾਂ ਖਾਂਦੇ ਹਾਂ ਨਾ, ਮਤਲਬ ਨੋਰਮਲ ਲੋਕ ਖਾਂਦੇ ਨੇ ਜਿਹੜੇ ਨੋਨ ਵੈਜ ਹੈਗੇ ਨੇ, ਹੈ ਨਾ, ਤਾਂ ਉਹ ਕੀ ਕਹਿੰਦੇ ਨੇ, ਮੱਛਲੀਆਂ ਖਾਂਦੇ ਨੇ। ਸੋ ਜਿੰਨਾ ਮੱਛਲੀਆਂ ਨੇ ਉਹ ਲੋਕ ਖਾ ਜਾਂਦੇ ਨੇ,
ਔਰ ਉਹਨਾਂ ਵਿੱਚ ਉਹ ਤੁਹਾਨੂੰ 버ਗਰ ਥੋੜੀ ਖਾਣਗੀਆਂ, ਉਹ ਤਾਂ ਵਿਚਾਰੀਆਂ ਮੱਛਲੀਆਂ ਹੀ ਖਾ ਸਕਦੀਆਂ ਸੀ, ਹੈ ਨਾ। ਸੋ ਓਵਰ ਫਿਸ਼ਿੰਗ ਵੀ ਚੀਜ਼ ਕੀ ਹੈ ਕਿ ਤੁਹਾਡੀ ਇੱਕ ਇਹ ਚੀਜ਼ਾਂ ਨੂੰ ਰੋਕ ਸਕਦੀ ਹੈ, ਮਤਲਬ ਖਰਾਬ ਕਰਦੀ ਹੈ, ਵਲਨਰੇਬਲ ਹੈ। ਤਾਂ ਇੰਟਰਨੈਸ਼ਨਲ ਵੇਕ ਸ਼ਾਰਕ ਡੇ ਵਾਜ਼ ਫਸਟ ਕਮੈਮੋਰੇਟਡ, ਕਦੋਂ ਸਭ ਤੋਂ ਪਹਿਲਾਂ ਮਨਾਇਆ ਗਿਆ ਸੀ? 2008 ਦੇ ਵਿੱਚ ਇੰਟਰਨੈਸ਼ਨਲੀ। ਇਹ ਤੁਹਾਨੂੰ ਇਸਲਾ ਹੋਲਬੌਕਸ ਜਿਹੜਾ ਆ ਆਈ ਥਿੰਕ ਮੈਕਸੀਕੋ ਦੇ ਵਿੱਚ ਇਹ ਜਗ੍ਹਾ ਹੈ, ਉੱਥੇ ਸਭ ਤੋਂ ਪਹਿਲਾਂ ਇਹ ਘੋਸ਼ਿਤ ਕੀਤਾ ਗਿਆ ਵੀ ਅਸੀਂ ਇਹ ਚੀਜ਼ ਮਨਾਇਆ ਕਰਾਂਗੇ। ਕਲੀਅਰ ਹੈ। ਬਹੁਤ ਸਾਰੇ ਐਕਟਿਵਿਸਟ, ਬਹੁਤ ਸਾਰੇ ਐਕਸਪਰਟਸ ਉੱਥੇ ਇਕੱਠੇ ਹੋਏ, ਬਹੁਤ ਸਾਰੇ ਸਾਇੰਟਿਸਟ ਇਕੱਠੇ ਹੋਏ, ਉਹਨਾਂ ਨੇ ਦੇਖਿਆ ਕਿ ਵੇਲ ਜਿਹੜੀ ਹੈ, ਸ਼ਾਰਕ ਹੈ, ਉਹਨਾਂ ਦੀ ਜਿਹੜੀ ਪੋਪੂਲੇਸ਼ਨ ਹੈ ਉਹ ਘਟਦੀ ਜਾ ਰਹੀ ਹੈ। ਤਾਂ ਇਸ ਦੇ ਕਰਕੇ ਕੀ ਹੈ, ਉਹਨਾਂ ਨੇ ਡੇ ਮਨਾਤਾ, ਡੇ ਘੋਸ਼ਿਤ ਕਰਤਾ 2008 ਦੇ ਵਿੱਚ। ਸਮਝ ਆ ਗਈ ਬੇਟਾ? ਚਲਿਏ ਜੀ ਨੈਕਸਟ ਦੀ ਗੱਲ ਕਰਦੇ ਹਾਂ। ਵੈਰੀ ਗੁੱਡ। ਬਹੁਤ ਸਾਰੇ ਬੱਚੇ ਨੇ, ਸਾਰੇ ਆਈ ਥਿੰਕ ਜਿਹੜੇ ਪੜ੍ਹ ਰਹੇ ਨੇ, ਡੇਲੀ ਕਲਾਸਿਸ ਲਾਉਂਦੇ ਨੇ ਜਿਹੜੇ, ਠੀਕ ਹੈ। ਸੋ ਉਹਨਾਂ ਦੇ ਆਨਸਰਸ ਵੀ ਡੇਲੀ ਆਉਂਦੇ ਨੇ, ਉਹਨਾਂ ਲਈ ਬਹੁਤ ਬੈਸਟ ਵਿਸ਼ੇਸ ਨੇ। ਸੋ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਇੰਪੋਰਟੈਂਟ ਹੈ। ਪ੍ਰਧਾਨ ਮੰਤਰੀ ਜਨ ਯੋਜਨਾ ਦੇ ਨਾਲ ਮੈਂ ਇੱਕ ਚੀਜ਼ ਲਿਖਤੀ, 0 ਪਾ ਕੇ ਇੱਥੇ 9 ਲਿਖਤਾ, ਦੇਖੋ ਸਭ ਨੂੰ ਦਿਖ ਰਿਹਾ। ਤਾਂ 09 ਦਾ ਮਤਲਬ ਕੀ ਹੈ ਕਿ 9 ਸਾਲ ਕੰਪਲੀਟ ਹੋ ਚੁੱਕੇ ਨੇ ਜੀ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਨੂੰ, ਅੱਜ ਮਤਲਬ ਇਹਨਾਂ ਦਿਨਾਂ ਦੇ ਵਿੱਚ, ਠੀਕ ਹੈ। ਤਾਂ ਮੈਂ ਦੱਸ ਦੂੰਗਾ ਵੀ ਕਿਉਂ। ਚਲੋ, ਸੋ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਕੰਪਲੀਟਡ ਦਾ 9-year ਸਕਸੈਸਫੁਲੀ ਇੰਪਲੀਮੈਂਟੇਸ਼ਨ। ਦੇਖੋ ਸਿੰਪਲ ਜੀ ਗੱਲ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਨੇ, ਸਾਡਿਆਂ ਨੇ ਜਿਹੜੇ ਮੋਦੀ ਸਾਹਿਬ ਜੀ ਨੇ, ਉਹਨਾਂ ਨੇ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਜਿਹੜੀ ਸੀ ਉਹ ਸਟਾਰਟ ਕੀਤੀ ਸੀ। ਹੁਣ ਇਹ ਕੁਐਸਚਨ ਕਰੰਟਲੀ ਵਿੱਚ ਇੰਪੋਰਟੈਂਟ ਹੋ ਗਿਆ। ਸਮਝ ਰਹੇ? ਕੁਝ ਬੱਚੇ ਕਹਿੰਦੇ ਨੇ ਸਰ ਜੀ 2014 ਦਾ ਕੁਐਸਚਨ ਪੁੱਛ ਲਿਆ, ਉਹ ਕਰੰਟ ਅਫੇਅਰ ਨਹੀਂ ਹੈਗਾ, ਉਹਦੇ ਨਾਲ ਕਰੰਟ ਅਫੇਅਰ ਨਾਲ ਰਿਲੇਟਡ ਹੀ ਕੁਐਸਚਨ ਹੈ। ਸਮਝ ਰਹੇ ਹੋ ਮੇਰੀ ਗੱਲ? ਐਦਾਂ ਦੇ ਕੁਐਸਚਨਸ ਕਿਉਂ ਪੁੱਛੇ ਜਾਂਦੇ ਨੇ? ਸੋ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਜਿਹੜੀ ਹੈ ਉਹਨੂੰ 9 ਸਾਲ ਹੋ ਗਏ ਭਾਈ ਕੰਪਲੀਟ ਹੋਏ ਨੂੰ। ਸਟਾਰਟ ਕਦੋਂ ਹੋਈ ਸੀ? 28 ਅਗਸਤ, ਯਾਨੀ ਕਿ ਪਰਸੋਂ ਸਟਾਰਟ ਹੋਈ ਸੀ 2014 ਦੇ ਵਿੱਚ। ਤਾਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੁਆਰਾ, ਠੀਕ ਹੈ। ਉਹਨਾਂ ਦਾ ਮੇਨ ਮਕਸਦ ਕੀ ਸੀਗਾ ਕਿ ਗਲੋਬਲੀ ਆਪਾਂ ਨੇ ਫਾਈਨੈਂਸ਼ੀਅਲ ਜਿਹੜੇ ਨੇ ਉਹਨਾਂ ਨੂੰ ਆਪਾਂ ਨੇ ਸ਼ੋਅ ਕਰਨਾ ਹੈ। ਫੋਰ ਐਗਜ਼ਾਮਪਲ ਮੈਂ ਤੁਹਾਨੂੰ ਕਹਿਣਾ ਕਿ ਹਰੇਕ ਬੰਦੇ ਦਾ ਕੀ ਖੁਲਾਇਆ ਗਿਆ, ਤੁਹਾਡਾ ਅਕਾਊਂਟ ਖੁਲਾਇਆ ਗਿਆ, ਠੀਕ ਹੈ। ਤੁਹਾਨੂੰ ਪਤਾ ਹੀ ਹੈ, ਇਨੀਸ਼ੀਏਟਿਵ ਗਲੋਬਲੀ ਐਂਡ ਏਮਡ ਐਟ ਲਿਬਰੇਟਿੰਗ ਦਾ ਇਕਨੋਮਿਕਲ ਮਾਰਜਨਲ ਫਰੋਮ ਦਾ ਸਾਈਕਲ ਆਫ ਪਾਵਰਟੀ ਤੋਂ ਥੋੜਾ ਉੱਪਰ ਚੱਕਣ ਵਾਸਤੇ ਆ ਚੀਜ਼ ਕੀਤੀ ਗਈ ਸੀ। ਆਪਾਂ, ਤੁਸੀਂ ਤੇ ਮੈਂ ਇੱਕ ਦੂਜੇ ਨਾਲ ਬੜੇ ਲਿੰਕਡ ਆ, ਆਪਾਂ ਇੱਕ ਖਾਤੇ ਦੇ ਨਾਲ ਲਿੰਕ ਹੋਏ ਪਏ ਆ, ਠੀਕ ਹੈ। ਆਪਾਂ ਨੇ ਇੱਕ ਦੂਜੇ ਨੂੰ ਪੈਸੇ ਟ੍ਰਾਂਸਫਰ ਕਰਨੇ, ਮਿੰਟੋ ਮਿੰਟੀ ਕਰਨੇ। ਅੱਜ ਕੱਲ੍ਹ ਦਾ ਡਿਜੀਟਲਾਈਜੇਸ਼ਨ ਵੀ ਹੈ ਨਾ, ਡਿਜੀਟਲ ਇੰਡੀਆ, ਤੁਸੀਂ ਸਮਝ ਸਕਦੇ ਹੋ, ਡਿਜੀਟਲ ਇੰਡੀਆ ਵੀ ਮੋਦੀ ਜੀ ਨੇ ਕੀਤਾ ਸਟਾਰਟ। ਤਾਂ ਕਾਫੀ ਚੀਜ਼ਾਂ ਜਿਹੜਾ ਉਹਨਾਂ ਦੇ ਫਾਇਦੇ ਹੈਗੇ ਨੇ। ਔਨ ਦਾ ਓਕੇਜਨ ਆਫ 9th ਐਨੀਵਰਸਰੀ, ਯੂਨੀਅਨ ਫਾਈਨਾਂਸ ਮਿਨਿਸਟਰ ਸ਼੍ਰੀਮਤੀ ਨਿਰਮਲਾ ਸੀਤਾਰਮਨ, ਇੰਪੋਰਟੈਂਟ ਹੈ ਨਾਮ ਤੁਹਾਡੇ ਲਈ, ਜਿਨ੍ਹਾਂ ਨੂੰ ਨਹੀਂ ਪਤਾ ਯਾਦ ਕਰ ਲਓ। ਹਾਈਲਾਈਟਡ ਦਾ ਪ੍ਰੋਗਰਾਮਸ ਅਚੀਵਮੈਂਟ, ਉਹਨਾਂ ਨੇ ਜਿਹੜੀਆਂ ਇਹ ਪ੍ਰੋਗਰਾਮ ਦੀਆਂ ਅਚੀਵਮੈਂਟਸ ਜਿਹੜੀਆਂ ਸੀਗੀਆਂ ਉਹ ਹਾਈਲਾਈਟ ਕੀਤੀਆਂ। ਉਹਨਾਂ ਵਿੱਚੋਂ ਜੇ ਆਪਾਂ ਗੱਲ ਕਰੀਏ, ਓਵਰ 50 ਕਰੋੜ ਇੰਡੀਵਿਜੂਅਲ ਹੈਵ ਬੀਨ ਬਰਾਊਟ ਇਨਟੂ ਦਾ ਫਾਰਮਲ ਬੈਂਕਿੰਗ ਸਿਸਟਮ। ਕਹਿੰਦੇ ਵੀ 50 ਕਰੋੜ ਬੰਦੇ ਨੇ ਜਿਹੜੇ ਉਹਨਾਂ ਨਾਲ ਜਨ ਧਨ ਅਕਾਊਂਟਸ ਖੋਲੇ ਗਏ ਨੇ, with around 55% of these accounts belonging to women। ਇਹਦੇ ਵਿੱਚੋਂ ਇੰਨੀਆਂ ਜਿਹੜੀਆਂ ਕੀ ਨੇ, ਲੇਡੀਜ਼। ਸੋ ਲੇਡੀਜ਼ ਦੇ ਲਈ ਅੱਛੀ ਗੱਲ ਹੋ ਗਈ ਕਿ ਲੇਡੀਜ਼ ਨੇ ਵੀ ਖਾਤਾ ਖੁਲਾ ਲਿਆ, ਕਿਉਂਕਿ ਪਹਿਲਾਂ ਕੀ ਹੈ ਸਿਰਫ ਜੈਂਟਸ ਹੀ ਖਾਤਾ ਖੁਲਾਉਂਦੇ ਸੀ, ਲੇਕਿਨ ਲੇਡੀਜ਼ ਖਾਤਾ ਨਹੀਂ ਖੁਲਾਉਂਦੀਆਂ ਸੀਗੀਆਂ। ਲੇਕਿਨ ਇਸ ਦੇ ਤਹਿਤ ਕੀ ਹੈ 55.5% ਜਿਹੜੀਆਂ ਲੇਡੀਜ਼ ਨੇ ਉਹਨਾਂ ਦੇ ਵੀ ਖਾਤੇ ਖੋਲੇ ਗਏ। ਸੋ ਇੰਪੋਰਟੈਂਟ ਹੋ ਗਿਆ ਤੁਹਾਡੇ ਲਈ ਬੇਟਾ, ਠੀਕ ਹੈ ਜੀ। ਚਲਿਏ ਨੈਕਸਟ ਦੀ ਗੱਲ ਕਰਦੇ ਹਾਂ। A chapter on National War Memorial included in the NCERT curriculum of class 7th from this year। ਸੋ ਕਹਿਣ ਦਾ ਮਤਲਬ ਕੀ ਹੈ ਕਿ ਆਪਾਂ ਨੂੰ ਪਤਾ ਹੈ ਕਿ ਨੈਸ਼ਨਲ ਐਜੂਕੇਸ਼ਨ ਪਾਲਿਸੀ ਹੈ ਜਿਹੜੀ ਉਹ ਚੱਲ ਰਹੀ ਹੈ, ਜਿਹੜੀ 2020 ਚ ਆਈ ਸੀ, ਜਿਹੜੀ ਹੁਣ 23 ਦੇ ਵਿੱਚ ਇੰਪਲੀਮੈਂਟ ਕਰ ਰਹੇ ਨੇ। ਉਹਦੇ ਵਿੱਚ ਕੁਛ ਨਾ ਕੁਛ ਐਡੀਸ਼ਨਸ ਕਰ ਰਹੇ ਨੇ। ਸੋ ਐਡੀਸ਼ਨ ਕੀ ਕਰੀ ਹੈ ਬੇਟਾ, ਇੱਕ ਚੈਪਟਰ ਹੈਗਾ 7th ਕਲਾਸ ਦਾ, ਜਿਹਦੇ ਵਿੱਚ NCERT ਦੇ ਵਿੱਚ ਨੈਸ਼ਨਲ ਵਾਰ ਮੈਮੋਰੀਅਲ ਹੈ ਜਿਹੜਾ, ਉਹਦਾ ਇੱਕ ਚੈਪਟਰ ਐਡ ਕਰਤਾ। ਇਹ ਚੀਜ਼ ਤੁਹਾਡੀ ਯਾਦ ਰੱਖਣੀ ਹੈ। ਦੇਖੋ ਇਹ ਪਿਕਚਰ ਇੰਡੀਆ ਗੇਟ ਦੀ ਹੈ, ਤੁਹਾਨੂੰ ਪਤਾ ਹੈ ਇਹਦੇ ਪਿਛਲੇ ਪਾਸੇ ਜਿਹੜਾ ਆਹ ਕਨਸੈਪਟ ਬਣਿਆ ਹੋਇਆ ਹੈ, ਇਹ ਕੀ ਹੈ ਜੀ, ਨੈਸ਼ਨਲ ਵਾਰ ਮੈਮੋਰੀਅਲ। ਇੱਥੇ ਮੈਂ ਤੁਹਾਨੂੰ ਦਿਖਾਦਾ, ਇਹ LED ਲਿਖ ਰੱਖਿਆ ਇੱਥੇ 2 LED ਟੱਚ ਸਕਰੀਨਾਂ ਹੈ ਨਾ, 2 LED ਸਕਰੀਨ ਸੇ 2 ਇੰਟਰੈਕਟਿਵ ਟੱਚ ਸਕਰੀਨ। ਐਕਚੁਅਲ ਦੇ ਵਿੱਚ ਕੀ ਹੁੰਦਾ, ਟੱਚ ਕਰਕੇ ਨਾ ਇੱਥੇ ਕੀ ਚੀਜ਼ ਹੈ, ਮੈਂ ਤੁਹਾਨੂੰ ਸਿੰਪਲ ਜੀ ਭਾਸ਼ਾ ਸਮਝਾਉਣਾ। ਨੈਸ਼ਨਲ ਵਾਰ ਮੈਮੋਰੀਅਲ ਕੀ ਚੀਜ਼ ਹੈ ਬੇਟਾ, ਇੱਥੇ ਜਿੰਨੇ ਵੀ ਇੰਡੀਆ ਇੰਡੀਪੈਂਡੈਂਸ ਤੋਂ ਬਾਅਦ ਜਿੰਨੇ ਵੀ ਮਤਲਬ ਕਿ ਵਾਰਸ ਹੋਈਆਂ ਨੇ ਹੈ ਨਾ, ਜਿੰਨੇ ਵੀ ਉਹਦੇ ਵਿੱਚ ਸ਼ਹੀਦ ਹੋਏ ਨੇ, ਕਹਿਣ ਦਾ ਮਤਲਬ ਜਿੰਨੇ ਵੀ ਲੋਕ ਮਤਲਬ ਜਿੰਨੇ ਵੀ ਆਪਣੇ ਆਰਮੀ ਵੀਰ, ਸਾਡੇ ਫੌਜੀ ਵੀਰ ਜਿਹੜੇ ਨੇ ਸ਼ਹੀਦ ਹੋਏ ਨੇ, ਤਾਂ ਉਹਨਾਂ ਦੇ ਨਾਮ ਨੇ ਜਿਹੜੇ ਇੱਥੇ ਲਿਖੇ ਹੋਏ ਨੇ ਇਹਨਾਂ ਦੀਵਾਰਾਂ ਦੇ ਉੱਤੇ। ਕੋਈ ਵੀ ਬੰਦਾ, ਫੋਰ ਐਗਜ਼ਾਮਪਲ ਤੁਸੀਂ ਉੱਥੇ ਜਾਂਦੇ ਹੋ, ਟੱਚ ਸਕਰੀਨ ਤੇ ਕੀ ਹੁੰਦਾ, ਤੁਸੀਂ ਨਾ ਕੋਈ ਵੀ YouTube ਤੇ ਤੁਹਾਨੂੰ ਪਿਕਚਰ ਮਿਲ ਜੂਗੀ, ਤੁਸੀਂ ਕੀ ਦੇਖਿਓ, ਵੀਡੀਓ ਦੇਖਿਓ, ਤਾਂ ਉਹਦੇ ਵਿੱਚ ਕੀ ਹੁੰਦਾ ਹੈ ਕਿ
ਟੱਚ ਸਕਰੀਨ ਨਾਲ ਤੁਸੀਂ ਟੱਚ ਕਰਕੇ ਕਿਸੇ ਵੀ ਬੰਦੇ ਦੀ ਫੋਟੋ ਦੇ ਉੱਤੇ ਹਾਰ ਪਾ ਸਕਦੇ ਹੋ। ਇੱਕ ਤਰੀਕੇ ਨਾਲ ਡਿਜੀਟਲਾਈਜ਼ ਵੀ ਕੀਤਾ ਹੋਇਆ ਇੰਟਰੈਕਟਿਵ ਟੱਚ ਸਕਰੀਨਸ ਨੇ, ਇੱਥੇ ਤੁਸੀਂ ਇਹ ਚੀਜ਼ਾਂ ਕਰ ਸਕਦੇ ਹੋ। ਇਹ ਨੈਸ਼ਨਲ ਵਾਰ ਮੈਮੋਰੀਅਲ ਹੈ। ਇਹਨਾਂ ਨਾਲ ਕੀ ਹੋਊਗਾ, ਜਿੰਨੇ ਵੀ ਬੱਚੇ ਨੇ ਸਾਨੂੰ ਮਤਲਬ ਕਿ ਜਿੰਨੇ ਵੀ ਛੋਟੇ ਬੱਚੇ ਨੇ 7th 8th ਬੱਚੇ ਕਲਾਸ ਦੇ, ਉਹਨਾਂ ਨੂੰ ਪਤਾ ਲੱਗੂਗਾ ਕਿ ਹਾਂ ਇਹ ਕੀ ਚੀਜ਼ ਹੈ। ਸਮਝ ਗਏ ਹੋ? ਅੱਜ ਦੀ ਜਿਹੜੀ ਜਨਰੇਸ਼ਨ ਹੈ ਉਹ ਇੰਡੀਪੈਂਡੈਂਸ ਤੋਂ ਪਹਿਲਾਂ ਦੀਆਂ ਚੀਜ਼ਾਂ ਪੜ੍ਹਦੀ ਹੈ, ਲੇਕਿਨ ਆਪਾਂ ਨੂੰ ਇੰਡੀਪੈਂਡੈਂਸ ਤੋਂ ਬਾਅਦ ਦੀਆਂ ਚੀਜ਼ਾਂ ਪੜ੍ਹਨੀਆਂ ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਸਮਝ ਆ ਰਹੀਆਂ ਗੱਲਾਂ ਨੇ? ਤਾਂ ਇਹ ਬੱਚਿਆਂ ਨੂੰ ਬਹੁਤ ਜ਼ਿਆਦਾ ਮੋਟੀਵੇਟ ਜਾਨੀ ਕਿ ਕਰਨਗੀਆਂ, ਜਾਂ ਫਿਰ ਤੁਹਾਨੂੰ ਕਹਿੰਦਾ ਮੈਂ ਦੇਸ਼ ਭਗਤੀ ਜਗਾਉਣਗੀਆਂ। ਠੀਕ ਹੈ। ਇਹ ਚੈਪਟਰ ਔਨ ਦਾ ਨੈਸ਼ਨਲ ਵਾਰ ਮੈਮੋਰੀਅਲ ਇਨਕਲੂਡ ਇਨ ਦਾ NCERT, ਜਿੱਦਾਂ ਤੁਹਾਨੂੰ ਪਤਾ ਹੀ ਹੈ ਨਾ। ਸੋ ਇਹਦੇ ਵਿੱਚ ਕੀ ਚੀਜ਼ ਹੈ, 7th ਕਲਾਸ ਨੂੰ ਇਹ ਹੋਮੇਜ ਟੂ ਆਵਰ ਬਰੇਵ ਸੋਲਜਰਸ ਨੈਸ਼ਨਲ ਵਾਰ ਮੈਮੋਰੀਅਲ। ਠੀਕ ਹੈ। ਜਿਵੇਂ ਕਿ ਇਸ ਚੀਜ਼ ਨੂੰ ਕੀ ਕਿਹਾ ਜਾਂਦਾ ਹੈ, ਰਾਸ਼ਟਰੀ ਸਮਰ ਸਮਰਕ ਕਿਹਾ ਜਾਂਦਾ ਹੈ। ਹੁਣ ਦੇਖੋ ਉਹੀ ਗੱਲ ਹੈ ਸਰ ਜੀ, 2019 ਦਾ ਕੁਐਸਚਨ ਪੁੱਛਿਆ ਗਿਆ, ਮੈਂ ਪੁੱਛਿਆ ਕਿ ਰਾਸ਼ਟਰੀ ਸਮਰ ਸਮਰਕ ਜਿਹੜਾ ਸਮਾਰਕ ਹੈ ਉਹ ਕਦੋਂ ਇਨੋਗਰੇਟ ਕੀਤਾ ਗਿਆ। ਸੋ ਜਨਵਰੀ 2019। ਸਮਝ ਰਹੇ ਹੋ ਗੱਲ ਨੂੰ? ਜਨਵਰੀ 2019। ਤਾਂ ਇਹ ਕਰੰਟ ਅਫੇਅਰ ਕਿਵੇਂ ਹੋ ਗਿਆ, ਕਿਉਂਕਿ ਇਹ ਚੀਜ਼ ਬੁੱਕਸ ਦੇ ਵਿੱਚ ਆਈ ਹੈ ਬੇਟਾ ਜੀ, ਇਹ ਚੀਜ਼ ਬੁੱਕਸ ਦੇ ਵਿੱਚ ਆਈ ਹੈ, ਤਾਂ ਇਹ ਕਰੰਟ ਅਫੇਅਰ ਬਣ ਗਿਆ। ਸੋ ਤਾਂ ਹੀ ਕਹਿੰਦੇ ਨੇ ਕਿ ਰੋਜ਼ ਦੇ ਰੋਜ਼ ਤੁਸੀਂ ਕਰੰਟ ਅਫੇਅਰ ਪੜ੍ਹੀ ਜਾਓਗੇ, ਬਸ ਆਪਣਾ ਮਾਈਂਡ ਆ ਜਿਹੜਾ ਉਹ ਫੋਕਸ ਰੱਖਣਾ ਹੈ ਕਿ ਤੁਸੀਂ ਪੇਪਰ ਦੀ ਤਿਆਰੀ ਕਰਨੀ ਹੈ। ਕਲੀਅਰ ਹੈ? ਚਲੋ ਜੀ, ਇਸੇ ਤਰੀਕੇ ਨਾਲ ਪੜ੍ਹਦੇ ਰਵਾਂਗੇ ਆਪਾਂ। ਇਟ ਸਰਵਸ ਐਜ਼ ਅ ਸੋਲੇਮਨ ਰਿਮਾਈਂਡਰ ਆਫ ਸੈਕਰੀਫਾਈਸਿਸ। ਜਿੰਨੇ ਵੀ ਆਪਣੇ ਦੇਸ਼ ਭਗਤ ਨੇ, ਆਪਣੇ ਇੰਡੀਅਨਸ ਨੇ, ਉਹਨਾਂ ਨੇ ਕੀ ਕੀਤਾ, ਸੈਕਰੀਫਾਈਸ ਕੀਤੇ ਨੇ, ਹੈ ਨਾ, ਬਲੀਦਾਨ ਦਿੱਤਾ। ਜਿੱਦਾਂ ਕਿ 1962 ਦੇ ਵਿੱਚ ਇੰਡੀਆ ਚਾਈਨਾ ਵਾਰ ਹੋਈ ਸੀ, ਉਸ ਦੇ ਵਿੱਚ ਪਾਕਿਸਤਾਨ ਨਾਲ ਵਾਰਸ ਹੋਈਆਂ ਸੀ 47, 65, 71 ਦੇ ਵਿੱਚ ਇੰਡੀਅਨ ਪੀਸ ਕੀਪਿੰਗ ਫੋਰਸਿੰਗ ਆਪਰੇਸ਼ਨ ਇਨ ਸ਼੍ਰੀਲੰਕਾ ਦੇ ਵਿੱਚ ਆਪਰੇਸ਼ਨ ਹੋਇਆ, ਕਾਰਗਿਲ ਵਾਰਸ ਹੋਈਆਂ 1999 ਦੇ ਵਿੱਚ। ਤੇ ਇਹਦੇ ਵਿੱਚ ਜਿੰਨੇ ਵੀ ਜਵਾਨ ਜਿਹੜੇ ਸਾਡੇ ਨੇ ਸ਼ਹੀਦ ਹੋਏ ਨੇ, ਉਹਨਾਂ ਦੀ ਜਿਹੜੀ ਹੈ ਕਹਿੰਦਾ ਮੈਨੂੰ ਮੈਮੋਰੀਅਲ ਬਣਿਆ ਹੋਇਆ ਉਹਨਾਂ ਵਾਸਤੇ। ਕਲੀਅਰ ਹੈ ਗੱਲ? ਸਮਝ ਗਏ? ਤਾਂ 2019 ਦੇ ਵਿੱਚ ਇਹ ਇਨੋਗਰੇਟ ਹੋਇਆ ਸੀ। ਉਸੇ ਨੂੰ ਹੁਣ 7th ਕਲਾਸ ਦੀ NCERT ਦੇ ਵਿੱਚ ਐਜ਼ ਅ ਚੈਪਟਰ ਪਾਉਣ ਲੱਗੀ ਹੈ ਸਾਡੀ ਗਵਰਨਮੈਂਟ ਆਫ ਇੰਡੀਆ। NCERT ਨੈਸ਼ਨਲ ਕਾਉਂਸਲ ਆਫ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ। ਤੁਸੀਂ ਬੱਚੇ ਸਭ ਨੇ ਦੱਸਣਾ ਹੈ ਕਿ NCERT ਦੇ ਫਾਊਂਡਿੰਗ ਈਅਰ ਕੀ ਹੈ। ਫਾਊਂਡਿੰਗ ਈਅਰ ਹੈ ਜਿਹੜਾ NCERT ਦਾ ਕੀ ਹੈ, ਨੈਸ਼ਨਲ ਕਾਉਂਸਲ ਆਫ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ। ਚਲਿਏ ਨੈਕਸਟ ਦੀ ਗੱਲ ਕਰਦੇ ਹਾਂ ਬੇਟਾ। ਨੈਕਸਟ ਹੈਗਾ ਤੁਹਾਡੇ ਸਾਹਮਣੇ, ਹਾਂਜੀ ਨੈਕਸਟ ਹੈਗਾ ਸੁਰ ਵਾਸੁਦਾ। ਵਾਸੁਦਾ ਤੋਂ ਥੋੜਾ ਜਿਹਾ ਅੰਦਾਜ਼ਾ ਤੁਸੀਂ ਲਗਾ ਸਕਦੇ ਹੋ ਕਿ ਇੱਥੇ ਮੈਂ ਤੁਹਾਨੂੰ ਲਿਖ ਕਿਹਾ ਕਿ G20 ਆਰਕੈਸਟਰਾ। ਸੋ G20 ਦੇ ਕੀ ਨੇ ਲੋਕ ਨੇ, G20 ਦੇ ਜਿਹੜੇ ਤੁਹਾਡੇ ਵਲੰਟੀਅਰਸ ਨੇ, ਹਨਾ, ਉਹ ਆਉਣਗੇ ਤੇ ਆਪਣੇ ਇੰਡੀਅਨਸ ਦੇ ਵੀ ਹੋਣਗੇ ਜਿੰਨੇ, ਕਿਉਂਕਿ ਇੰਡੀਆ ਦੇ ਵੀ G20 ਦਾ ਪਾਰਟ ਹੈ ਤੇ ਇੰਡੀਆ ਦੇ ਵੀ ਬਹੁਤ ਸਾਰੇ ਲੋਕ ਨੇ, ਵਿੱਚ ਥੋੜੇ ਬਹੁਤੇ ਫੋਰਨਰਸ ਵੀ ਨੇ। ਇਹ ਇੱਕ ਆਰਕੈਸਟਰਾ ਲੈ ਕੇ ਆ ਰਹੇ ਨੇ ਜਿਹਨੂੰ ਸੁਰ ਵਾਸੁਦਾ ਕਹਿਣਗੇ। ਠੀਕ ਹੈ। ਨਾਚ ਗਾਣਾ ਸੰਗੀਤ ਕਹਿਣ ਦਾ ਮਤਲਬ ਸੰਗੀਤ ਹੋਊਗਾ। ਠੀਕ ਹੈ ਜੀ। ਸੋ ਇਹਦੀ ਮੈਂ ਪਿਕਚਰ ਤੁਹਾਨੂੰ ਲਗਾ ਰੱਖੀ ਹੈ। ਸੋ ਟੂ ਨੋ ਇਹਦੇ ਵਿੱਚ ਕੀ ਹੈ, ਕਲਚਰਲ ਵਰਕਿੰਗ ਗਰੁੱਪ ਹੈ ਜਿਹੜਾ, ਉਹਦੀ ਇੱਕ ਮੀਟਿੰਗ ਹੈ ਜਿਹਦੇ ਰਹਿਤ ਕੀ ਹੈ G20 ਆਰਕੈਸਟਰਾ ਹੋ ਰਿਹਾ ਹੈ, ਜਿਹਨੂੰ ਕਿਹਾ ਗਿਆ ਹੈ ਸੁਰ ਵਾਸੁਦਾ। ਇਹ ਇੰਪੋਰਟੈਂਟ ਨਾਮ ਹੋ ਗਿਆ, ਇਹ ਇੰਪੋਰਟੈਂਟ ਇੱਕ ਸ਼ਬਦ ਹੋ ਗਿਆ। ਇਹ 26 ਅਗਸਤ ਨੂੰ ਹੋਇਆ ਸੀ। ਠੀਕ ਹੈ। ਸੋ ਚਲੋ ਹੁਣ ਸੁਰ ਵਾਸੁਦਾ ਬਾਰੇ ਥੋੜਾ ਜਿਹਾ ਜਾਣ ਲੈਂਦੇ ਹਾਂ। ਇੱਥੇ 101 ਤਰ੍ਹਾਂ ਦੇ ਮਿਊਜ਼ੀਸ਼ੀਅਨ ਆਣਗੇ, ਵੋਕਲਿਸਟ ਫॉर्म G20 ਕੰਟਰੀਜ਼। ਕਲੀਅਰ ਹੈ। ਅਗਰ ਆਪਾਂ ਗੱਲ ਕਰੀਏ ਤਾਂ 61 ਜਿਹੜੇ ਨੇ ਉਹ ਇੰਡੀਅਨ ਨੇ ਤੇ 40 ਕਿਹੜੇ ਨੇ ਬੇਟਾ, ਬਾਕੀ ਜਿਹੜੀਆਂ G20 ਨੈਸ਼ਨਸ ਨੇ ਉਹ ਤੋਂ ਨੇ। ਸਮਝ ਗਈ ਗੱਲ? ਬਸ ਇੰਨੀ ਚੀਜ਼ ਤੁਸੀਂ ਯਾਦ ਰੱਖਣੀ ਹੈ। ਠੀਕ ਹੈ ਜੀ। ਤਾਂ ਇਹ ਵੀ ਤੁਹਾਨੂੰ ਪਤਾ ਕਿ G20 ਹੁਣ ਕਿੱਥੇ ਹੋਣ ਜਾ ਰਿਹਾ, ਇੰਡੀਆ ਦੇ ਵਿੱਚ ਹੋ ਰਿਹਾ। ਸਮਝ ਗਏ? ਸੋ ਸੁਰ ਵਾਸੁਦਾ ਜਿਹੜਾ ਹੁਣ ਇਹ ਕਿੱਥੇ ਹੋ ਰਿਹਾ, ਇਹ ਹੋ ਰਿਹਾ ਇੰਡੀਆ ਦੇ ਵਿੱਚ ਜਿਹੜੀ ਵਾਰਾਣਸੀ ਜਗ੍ਹਾ ਉੱਥੇ ਹੋ ਰਿਹਾ ਜੀ। ਉੱਥੇ ਇਹ ਐਕਸਟਰਾ ਵੈਗੈਂਜ਼ਾ, ਆਰਕੈਸਟਰਲ ਐਕਸਟਰਾ ਵੈਗੈਂਜ਼ਾ ਜਿਹੜਾ ਉਹ ਤੁਹਾਡਾ ਹੋਇਆ ਹੁਣੇ, ਜਿਹੜੀ ਕਿ ਆਪਾਂ ਚੀਜ਼ ਯਾਦ ਰੱਖਣੀ ਹੈ। ਐਂਡ ਮਾਰਕ ਦਾ ਕੁਲਮੀਨੇਸ਼ਨ ਆਫ ਦਾ ਕਲਚਰਲ ਮਿਨਿਸਟਰ ਮੀਟਿੰਗ। ਇੱਕ ਕਲਚਰਲ ਪ੍ਰੋਗਰਾਮ ਹੈ, ਕਲਚਰਲ ਮਿਨਿਸਟਰ ਦੀ ਜਿਹੜੀ ਹੈ ਮੀਟਿੰਗ ਹੈ। ਸਮਝ ਗਏ? ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਵਾਸੁਦੇਵਾ ਕੁਟੁੰਬਕਮ ਕੀ ਚੀਜ਼ ਹੈ। ਮੈਨੂੰ ਜਰਾ ਕਮੈਂਟ ਸੈਕਸ਼ਨ 'ਚ ਇਹ ਵੀ ਦੱਸਿਓ। ਠੀਕ ਹੈ ਜੀ। ਕਲੀਅਰ? ਚਲੋ ਜੀ ਨੈਕਸਟ ਤੇ ਪੜ੍ਹਦੇ ਹਾਂ ਆਪਾਂ। ਇੰਡੀਆ ਵਿਲ ਵਿਨ ਇਨੋਗਰਲ ਵੂਮੈਨਸ ਏਸ਼ੀਆ ਕੱਪ 5S ਵਰਲਡ ਕੱਪ ਕੁਆਲੀਫਾਇਰ। ਐਕਚੁਅਲ 'ਚ ਕੀ ਹੈ ਬੇਟਾ, ਜਿਹੜੀਆਂ ਵੀ ਵੂਮੈਨਸ ਨੇ ਉਹਨਾਂ ਨੇ ਕੀ ਕਰਿਆ, ਇੱਕ ਕੁਆਲੀਫਾਈਂਗ ਜਿਹੜਾ ਸੀਗਾ ਵਰਲਡ ਕੱਪ ਜਿਹੜਾ ਆ, ਏਸ਼ੀਆ ਦਾ ਕੱਪ ਸੌਰੀ, ਜਿਹੜਾ ਉਹ ਜਿੱਤਿਆ। ਸੋ ਇਹਦੇ ਨਾਲ ਜਿਹੜੇ ਉਹ ਕੀ ਕਰਨਗੇ, ਵਿਸ਼ਵ ਕੱਪ ਦੇ ਵਿੱਚ ਕੁਆਲੀਫਾਈਂਗ ਹੋ ਗਏ। ਇਹਦਾ ਮਤਲਬ ਇਹ ਹੋ ਗਿਆ, ਦੇਖੋ ਇੱਕ ਕੰਟੀਨੈਂਟ ਦਾ ਇੱਕ ਕੱਪ ਹੈ ਜਿਹੜਾ ਉਹ ਜਿੱਤ ਲਿਆ ਏਸ਼ੀਆ ਦਾ ਹਾਕੀ ਦਾ।
ਟੀਮ ਨੇ ਹੈ ਨਾ, ਕਿਹਦੀ ਟੀਮ ਨੇ, ਇੰਡੀਆ ਦੀ ਟੀਮ ਨੇ। ਸੋ ਇਹਦਾ ਮਤਲਬ ਉਹ ਹੁਣ ਵਰਲਡ ਕੱਪ ਦੇ ਵਿੱਚ ਜਾਣ ਵਾਸਤੇ ਬਿਲਕੁਲ ਕੁਆਲੀਫਾਈ ਕਰ ਚੁੱਕੇ ਨੇ। ਸਮਝ ਗਏ ਗੱਲ ਨੂੰ, ਇਹ ਚੀਜ਼ ਯਾਦ ਰੱਖਣੀ ਹੈ। ਹੁਣ ਹੁਣੇ ਜੇ ਜਿਹੜੇ ਇੰਡੀਆ ਵਾਲੇ ਜਿੱਤੇ ਨੇ, ਇਹ ਕੀ ਤੋਂ ਜਿੱਤੇ ਨੇ, ਇਹ ਡਿਫੀਟਿੰਗ ਥਾਈਲੈਂਡ। ਮੇਰਾ ਮਤਲਬ ਇੰਡੀਆ ਨੇ ਥਾਈਲੈਂਡ ਨੂੰ ਹਰਾਤਾ 7-2 ਨਾਲ ਫਾਈਨਲ ਦੇ ਵਿੱਚ। ਮਰੀਨਾ ਕੁਜੂਰ, ਜੋਤੀ, ਇਹ ਦੋ ਲੇਡੀਜ਼ ਦੇ ਨਾਮ ਤੁਸੀਂ ਪੱਕਾ ਯਾਦ ਰੱਖਣੇ ਆ। 2 goals ਈਚ ਫॉर ਇੰਡੀਆ ਇਨ ਦਾ ਫਾਈਨਲ, ਇਹਨਾਂ ਨੇ ਕੀਤੇ ਨੇ। ਮੋਨਿਕਾ ਦੀਪੀ ਟੋਪੋ, ਨਵਜੋਤ ਕੌਰ, ਮਹਿਮਾ ਚੌਧਰੀ ਵਰ ਦਾ ਅਦਰ ਗੋਲ ਸਕੋਰਰ ਆਫ ਇੰਡੀਆ। ਇਹਨਾਂ ਪੰਜਾਂ ਦੇ ਨਾਮ ਤੁਸੀਂ ਯਾਦ ਰੱਖਣੇ ਨੇ। with the win India qualify for the hockey 5F। ਹੁਣ ਇੰਪੋਰਟੈਂਟ ਕੁਐਸਚਨ ਤੁਹਾਡੇ ਸਾਹਮਣੇ ਕੀ ਨਿਕਲ ਕੇ ਆ ਗਿਆ ਭਾਈ, ਕਿ ਜਿਹੜਾ ਹਾਕੀ 5Fs ਇਹਦੇ ਵਿੱਚ 4 ਤੇ 1 ਨਾ ਹੋਊਗਾ ਤੁਹਾਡਾ ਗੋਲਕੀਪਰ, 4 ਬੰਦੇ ਤੇ 1 ਗੋਲਕੀਪਰ ਹੋਗਾ। 5S ਇਹਦਾ ਨਾਮ ਹੈ। ਸੋ ਵਰਲਡ ਕੱਪ ਜਿਹੜਾ ਹੋਊਗਾ ਬੇਟਾ ਹਾਕੀ ਦਾ, ਇਹ ਕਿੱਥੇ ਹੋਣ ਵਾਲਾ ਹੈ 2024 ਚ। ਆ ਗਿਆ ਇੰਪੋਰਟੈਂਟ ਕੁਐਸਚਨ ਨਿਕਲ ਕੇ, ਮਸਕਟ ਚ ਹੋਊਗਾ। ਇਹ ਕਿੱਥੇ ਹੋਊਗਾ ਜੀ, ਮਸਕਟ ਚ ਹੋਊਗਾ। ਓਮਾਨ ਦੇ ਵਿੱਚ ਜਗ੍ਹਾ ਹੈ ਮਸਕਟ, ਉੱਥੇ ਇਹ ਹੋਊਗਾ। ਕਲੀਅਰ ਹੋ ਗਈ ਗੱਲ। 2024 ਦਾ ਵਰਲਡ ਕੱਪ ਕਿੱਥੇ ਹੋਣ ਜਾ ਰਿਹਾ, ਇਹ ਵੀ ਚੀਜ਼ ਪਤਾ ਲੱਗ ਗਈ। ਇੰਡੀਆ ਦੇ ਜਿਹੜੀ ਇਨੋਗਰਲ ਵੂਮੈਨਸ ਏਸ਼ੀਆ ਕੱਪ ਹੈ, ਉਹ ਜਿੱਤਣ ਦੇ ਨਾਲ ਉਹ ਕੁਆਲੀਫਾਈ ਕਰਕੇ ਵਰਲਡ ਕੱਪ ਜਿਹੜਾ ਕਿ ਹੋ ਰਿਹਾ 2024 ਦੇ ਵਿੱਚ ਓਮਾਨ ਦੇ ਵਿੱਚ। ਕਲੀਅਰ ਬੇਟਾ, ਚਲੋ ਜੀ ਇਦਾਂ ਹੀ ਪੜ੍ਹਿਆ ਕਰੋ, ਬਸ ਇਦਾਂ ਹੀ ਪੜ੍ਹਦੇ ਰਹੋ, ਠੀਕ ਹੈ। ਪਿਆਰ ਕਰਦੇ ਰਹੋ, ਇਸ ਵੀਡੀਓਜ਼ ਨੂੰ ਲਾਈਕ ਕਰਦੇ ਰਹੋ ਤੇ ਸ਼ੇਅਰ ਕਰਦੇ ਰਹੋ ਜ਼ਰੂਰ, ਠੀਕ ਹੈ ਜੀ। ਸੋ ਓਡੀਸ਼ਾ ਸੀਐਮ ਡਿਸਟ੍ਰੀਬਿਊਟਸ ਲੈਂਡ ਰਾਈਟ ਸਰਟੀਫਿਕੇਟਸ ਟੂ ਦ ਸਲਮ ਡਵੈਲਰਸ। ਹੁਣ ਜਿਹੜੇ ਗਰੀਬ ਲੋਕ ਨੇ ਹਨਾ, ਝੁੱਗੀ ਝੌਂਪੜੀਆਂ ਵਾਲੇ ਨੂੰ ਭੂਮੀ ਦੇ ਅਧਿਕਾਰ ਦੇ ਸਰਟੀਫਿਕੇਟ ਵੰਡੇ। ਪਹਿਲੀ ਇਹ ਇੱਕ ਸਟੇਟ ਬਣ ਗਈ ਹੈ ਉੜੀਸਾ ਦੇ ਜਿਹੜੇ ਸੀਐਮ ਨੇ ਉਹਨਾਂ ਦਾ ਨਾਮ ਹੈਗਾ ਜੀ ਨਵੀਨ ਪਟਨਾਇਕ। ਬਹੁਤ ਇੰਪੋਰਟੈਂਟ ਨਾਮ ਹੈ। ਵੈਸੇ ਵੀ ਬਹੁਤ ਪਰਸਨੈਲਿਟੀ ਬਹੁਤ ਵਧੀਆ, ਇਹਨਾਂ ਨੇ ਸਟੇਟ ਵਾਸਤੇ ਬਹੁਤ ਕੰਮ ਕੀਤੇ ਨੇ। ਜਿਵੇਂ ਕਿ ਇਹਨਾਂ ਨੇ ਕੀ ਕਿਹਾ, ਕਹਿੰਦਾ 65,000 ਪੂਅਰ ਫੈਮਲੀਜ਼ ਨੇ ਜਿਹੜੀਆਂ ਸਲਮਸ ਯਾਨੀ ਕਿ ਝੁੱਗੀ ਝੌਂਪੜਿਆਂ ਵਿੱਚ ਰਹਿੰਦੇ ਨੇ ਵੱਡੇ ਸ਼ਹਿਰਾਂ ਦੇ ਵਿੱਚ, ਜਿਵੇਂ ਕਿ ਭੁਵਨੇਸ਼ਵਰ, ਕਟਕ ਤੇ ਬ੍ਰਹਮਪੁਰ ਤੇ ਸੰਬਲਪੁਰ ਤੇ ਰੋੜਕਿਲਾ। ਇਹਨਾਂ ਜਗ੍ਹਾ ਦੇ ਵਿੱਚ ਰਹਿੰਦੇ ਹੋਈਆਂ ਜਿਹੜੀਆਂ ਸਲਮਸ ਨੇ, ਜਿਹੜੀਆਂ ਝੁੱਗੀ ਝੌਂਪੜੀਆਂ ਬਣ ਕੇ ਨੇ, ਉਹਨਾਂ ਨੂੰ ਕੀ ਵੰਡੇ ਕਿ ਸਰਟੀਫਿਕੇਟ ਦਿੱਤੇ ਕਿ ਭਾਈ ਤੁਸੀਂ ਰਹਿਣਾ ਹੈ, ਤੁਹਾਡਾ ਅਧਿਕਾਰ ਹੈ, ਲੈਂਡ ਰਾਈਟਸ ਨੇ। ਸੋ ਇਹਨਾਂ ਨੇ ਇਹ ਚੀਜ਼ ਬੋਲੀ ਹੈ। ਉੜੀਸਾ, ਇਹਨਾਂ ਨੇ ਇੱਕ ਚੀਜ਼ ਸਪੀਚ ਦੇ ਵਿੱਚ ਬੋਲੀ ਹੈ ਕਿ ਉੜੀਸਾ ਇਜ਼ ਦਾ ਓਨਲੀ ਸਟੇਟ ਇਨ ਦਾ ਕੰਟਰੀ ਟੂ ਗਿਵ ਲੈਂਡ ਰਾਈਟਸ ਟੂ ਦਾ ਸਲਮ ਡਵੈਲਰਸ। ਜਾਗਾ ਮਿਸ਼ਨ, ਇੱਕ ਜਾਗਾ ਮਿਸ਼ਨ ਆਇਆ ਸੀ ਪ੍ਰੋਗਰਾਮ, ਇਹ ਸਟਾਰਟ ਕੀਤਾ ਸੀ 2018 ਦੇ ਵਿੱਚ, ਜਿਹਦੇ ਵਿੱਚ ਲੈਂਡ ਰਾਈਟਸ ਜਿਹੜੇ ਸੀ ਪੂਅਰ ਫੈਮਿਲੀ ਨੂੰ ਦੇਣੇ ਬਣੇ ਸੀ ਤੇ ਉਸ ਤੋਂ ਬਾਅਦ ਅਰਬਨਸ ਨੂੰ ਦਿੱਤੇ ਸੀ, ਜਿਹੜੀਆਂ ਕਿ ਪੂਅਰ ਫੈਮਿਲੀ ਜਿਹੜੀਆਂ ਅਰਬਨ ਜਗ੍ਹਾ ਦੇ ਵਿੱਚ ਰਹਿੰਦੀਆਂ ਸੀ। ਕਲੀਅਰ ਹੋਈ ਗੱਲ। ਤਾਂ ਇਸੇ ਤਰੀਕੇ ਨਾਲ ਇਹਨਾਂ ਨੇ ਜਿਹੜਾ ਆਪਣਾ ਬੈਂਚ ਮਾਰਕ ਹੈ ਉਹ ਬਹੁਤ ਵੱਡਾ ਬਣਾਇਆ ਹੈ। ਤੇ ਇਹ ਨੇ ਸੀਐਮ ਨਵੀਨ ਪਟਨਾਇਕ ਜੀ, ਤੁਹਾਨੂੰ ਪਿਕਚਰ ਦੇ ਵਿੱਚ ਦਿਖ ਰਹੇ ਨੇ। ਕਲੀਅਰ ਹੋ ਗਈ, ਇਹਨਾਂ ਦੀ ਪਿਕਚਰ ਦਿਖ ਰਹੀ ਹੈ ਪਿੱਛੇ, ਇਹ ਕੁਛ ਉੜੀਆ ਲੈਂਗੁਏਜ ਲਿਖੀ ਹੋਈ ਹੈ। ਕਲੀਅਰ ਹੋ ਗਈ ਗੱਲ, ਸਮਝ ਆ ਗਈ ਬੇਟਾ। ਚਲੋ ਨੈਕਸਟ ਦੀ ਗੱਲ ਕਰਦੇ ਹਾਂ ਜੀ, ਇੰਡੀਆ ਐਂਡ ਬੰਗਲਾਦੇਸ਼। ਇੰਪੋਰਟੈਂਟ ਲਾਸਟ ਜਿਹੜੀ ਅੱਜ ਦੀ ਨਿਊਜ਼ ਹੋਣ ਵਾਲੀ ਹੈ। ਸੋ ਇੰਡੀਆ ਐਂਡ ਬੰਗਲਾਦੇਸ਼ ਹੋਲਡ ਦਾ 5th ਐਨੂਅਲ ਡਿਫੈਂਸ ਡਾਇਲੋਗ ਇਨ ਢਾਕਾ। ਸੋ ਢਾਕਾ ਦੇ ਵਿੱਚ ਕੀ ਹੋਣ ਜਾ ਰਹੀ ਹੈ, 5ਵੀਂ ਸਾਲਾਨਾ ਡਿਫੈਂਸ, 5ਵੀਂ ਕੀ ਹੋ ਰਹੀ ਹੈ ਸਾਲਾਨਾ ਡਿਫੈਂਸ ਯਾਨੀ ਕਿ ਰੱਖਿਆ ਵਾਰਤਾ ਡਿਫੈਂਸ ਡਾਇਲੋਗ ਹੋਇਆ, ਆਯੋਜਿਤ ਕੀਤਾ ਭਾਰਤ ਤੇ ਬੰਗਲਾਦੇਸ਼ ਦਾ। ਕਿੱਥੇ ਹੋਇਆ, ਢਾਕਾ ਚ। ਕਹਿਣ ਦਾ ਮਤਲਬ ਕਿ ਬੰਗਲਾਦੇਸ਼ 'ਚ ਹੋਇਆ, ਠੀਕ ਹੈ। ਇਹ ਨੇ ਤੁਹਾਡੇ ਇੰਡੀਅਨ ਤੇ ਇਹ ਨੇ ਤੁਹਾਡੇ ਬੰਗਲਾਦੇਸ਼ੀ, ਠੀਕ ਹੈ। ਇਹਨਾਂ ਦਾ ਨਾਮ ਦੇਖਦੇ ਹਾਂ ਅੱਗੇ ਕੌਣ ਕੌਣ ਸੀਗੇ ਇਹ। ਇੰਡੀਆ ਐਂਡ ਬੰਗਲਾਦੇਸ਼ ਹੈਲਡ ਦਾ 5th ਔਨ 28 ਅਗਸਤ, ਠੀਕ ਹੈ। 28 ਅਗਸਤ ਨੂੰ ਇਹ ਚੀਜ਼ ਹੋਈ ਹੈ ਢਾਕਾ ਦੇ ਵਿੱਚ, 27-28 ਅਗਸਤ ਨੂੰ ਹੋਈ ਹੈ ਇਹ ਚੀਜ਼। ਤੇ ਇਹਦੇ ਵਿੱਚ ਡਿਫੈਂਸ ਸੈਕਟਰੀ ਸੀਗੇ ਜਿਹੜੇ ਆਪਣੇ ਗਿਰੀਧਰ ਅਰਾਮਾਣੇ ਜਿਹੜਾ ਸੀਗੇ ਸ਼੍ਰੀ ਗਿਰਧਰ ਅਮਰਮਾਨੇ ਆਪਣੇ ਡਿਫੈਂਸ ਸੈਕਟਰੀ ਨੇ। ਦੂਜੇ ਸਾਈਡ ਜੇ ਦੇਖਿਆ ਜਾਈਏ ਤਾਂ ਲੈਫਟੀਨੈਂਟ ਜਨਰਲ ਨੇ ਵਾਕਿਰ ਉਜ਼ ਜ਼ਮਾਨ ਜਿਹੜੇ ਨੇ ਉਹ ਕਿਨੇ ਬੰਗਲਾਦੇਸ਼ੀ ਕਾਊਂਟਰ ਪਾਰਟ ਨੇ। ਇਹ ਦੋਨੋਂ ਪਰਸਨਸ ਨੇ ਜਿਨ੍ਹਾਂ ਨੇ ਇਹ ਮੀਟਿੰਗ ਡਾਇਲੋਗ ਜਿਹੜਾ ਕੀਤਾ ਹੈ। ਇਹਦੇ ਵਿੱਚ ਪ੍ਰਿੰਸੀਪਲ ਸਟਾਫ ਆਫਿਸਰ ਆਰਮਡ ਫੋਰਸਿਸ ਡਿਵੀਜ਼ਨ ਦੇ ਜਿਹੜੇ ਲੈਫਟੀਨੈਂਟ ਗਵਰਨਰ ਨੇ। ਡਿਊਰਿੰਗ ਦਾ ਮੀਟਿੰਗ ਕੀ ਹੋਇਆ, ਔਨਗੋਇੰਗ ਡਿਫੈਂਸ ਕਾਰਪੋਰੇਸ਼ਨ ਐਕਟੀਵਿਟੀਜ਼, ਜਿੰਨੀਆਂ ਵੀ ਆਪਣੀਆਂ ਚੱਲ ਰਹੀਆਂ ਡਿਫੈਂਸ ਦੀਆਂ ਜਿਹੜੀਆਂ ਕਾਰਪੋਰੇਸ਼ਨ ਐਕਟੀਵਿਟੀਜ਼ ਨੇ, ਕੋਈ ਵੀ ਐਕਸਰਸਾਈਜ਼ਸ ਨੇ, ਠੀਕ ਹੈ, ਉਹਨਾਂ ਦੇ ਵਿੱਚ ਦੋਨਾਂ ਕੰਟਰੀਆਂ ਦੇ ਵਿੱਚ ਕੀ ਹੋਊਗਾ, ਇੱਕ ਸੈਟਿਸਫੈਕਸ਼ਨ ਹੋਇਆ ਐਂਡ ਇਨਕਰੀਜ਼ਿੰਗ ਇਹਨਾਂ ਦੀ ਕਾਰਪੋਰੇਸ਼ਨ ਹੈ ਜਿਹੜੀ ਉਹ ਵਧੀ। ਇਹਨਾਂ ਦੀ ਜਿਹੜੀ ਕਾਰਪੋਰੇਸ਼ਨ ਆ ਦੋਨਾਂ ਦੇ ਵਿੱਚ, ਦੋਨੋਂ ਭਾਈਆਂ ਦੇ ਵਿੱਚ, ਕਹਿਣ ਦਾ ਮਤਲਬ ਇੰਡੀਆ ਐਂਡ ਬੰਗਲਾਦੇਸ਼ ਦੇ ਵਿੱਚ, ਠੀਕ ਹੈ। ਤੁਹਾਨੂੰ ਪਤਾ ਹੈ ਕਿ ਇੰਡੀਆ ਤੇ ਬੰਗਲਾਦੇਸ਼ ਸਾਡੇ ਕੀ ਨੇ, ਮਤਲਬ ਇੰਡੀਆ ਦੇ ਬੰਗਲਾਦੇਸ਼ ਕੀ ਹੈ, ਇੱਕ ਗੁਆਂਢੀ ਦੇਸ਼ ਆ,
समझ गए। द टॉक्स कवर्ड द एग्जिस्टिंग बायलैटरल मतलब दोनों देशों के एंड बोथ साइड एग्री टू इनक्रीज द कंपलैक्सिटी ऑफ दिस एक्सरसाइज। कहने का मतलब होर बढ़ावांगे असीं ये चीज़ों को, एक कामां नूं, यही गलबात वो करी है उन्होंने दोनों ने, ठीक है। सो आर्म्ड फोर्सेस ऑफ बोथ द कंट्री कंटिन्यू टू सीक द कोऑपरेशन मल्टीपल फील्ड्स इंक्रीज इन पॉजिटिव साइन ऑफ द फ्यूचर। सिंपल जी गल है, दोनों ने भाई फ्यूचर के जिहड़े रिलेशनस ने अपन दोनों कंट्रियां ने वो वधिया करने ने आर्मी नूं लैके, ठीक है जी, डिफेंस नूं लैके। चलो हुण नैक्सट की गल करते हैं बेटा। नैक्सट आ गई तुहाडियां शॉर्ट न्यूज़ यानी कि बुलेट न्यूज़, उन्होंने बारे थोड़ी जी चर्चा कर लेने हाँ। तमिलनाडु के जिहड़े CM ने उन्होंने नाम है स्टैलिन जी। सो उन्होंने की किया, ब्रेकफास्ट स्कीम नूं एक्सपेंड किया, एक्सपेंशन ऑफ ब्रेकफास्ट स्कीम, ठीक है। वो कहते भी 17 लाख स्टूडेंट्स नूं इन्ने स्कूलों के विच पढ़ते जवाकां नूं इन्ने लागत के नाल की दिता जाऊगा, उन्होंने जिहड़ा ब्रेकफास्ट है उहदी जिहड़ी स्कीम दे विच वाधा किया जाऊगा। समझ आ गई। कुछ है जी चीज़ां ਜਿਹੜੇ साउथ इंडियन ਜਿਹੜੇ पीपल ने वो करते रहते हैं। महाराष्ट्र गौरमेंट ने की किया, जर्मनी की एक फुटबॉल लीग है, ठीक है। महाराष्ट्र गौरमेंट पार्टनर विद जर्मनीज फुटबॉल लीग टू एड द यंग प्लेयर्स। साडे ये ਜਿਹੜੇ यंग प्लेयर ने, नवे नौजवान प्लेयर्स ने, उन्होंने अगे कहना मतलब की है सॉरी, ठीक है। तो उन्होंने की किया, अगे उन्होंने प्रोत्साहित करने वास्ते जर्मनी की जी कंपनी है, जर्मनी की सॉरी जी फुटबॉल लीग है, वो की करूगी, एड करो कि इन्होंने अपने यंग प्लेयर, ये महाराष्ट्र की गौरमेंट नहीं करे, ठीक है। तो साइन उन्होंने MOU यानी कि मेमोरेंडम ऑफ अंडरस्टैंडिंग, क्लियर है। तो महाराष्ट्र गौरमेंट हैज साइन है मेमोरेंडम ऑफ अंडरस्टैंडिंग विद द जर्मनीज प्रोफेशन एसोसिएटिंग बुंडी, इनू की कहा जाता है बुंडेसलीगा जिहड़ा है वो वर्ड इहदे नाल है, ठीक है। सो ये आएंगे अंडर द एज ऑफ 14 जोड़े नवे बच्चे ने, नवे यंग प्लेयर्स ने, उन्होंने वास्ते यह लीग के नाल एड की है ताड़ी महाराष्ट्र की गौरमेंट। प्रेजिडेंट मुर्मू जी रिलीज इज कॉइन, बहुत इंपॉर्टेंट पॉइंट। मुर्मू जी ने की किया जी, एनिवर्सरी की सी एंटी रामा राव। हुण एंटी रामा राव कौन ने, इस सिनेमा नाल रिलेटेड ने, इस सिनेमा नाल रिलेटेड ने, ठीक है। सो इन रीसेंट न्यूज़, ठीक है, इन रीसेंट रेस जो एंटी रामा न्यूज़ सीगा वो कौन सी, किस नाल एसोसीएट है, सिनेमा, क्रिकेटर, फुटबॉलर, जो कुछ मर्जी है तुसी सिनेमा कहना, ठीक है। हुण सिनेमा क्यों, तुसी जिहड़े बच्चे ने उन्होंने ना लॉर्ड राम, भगवान राम ते भगवान कृष्ण का जिहड़ा प्ले करते हैं रोल, वो उन्हों का नाम सीगा सरदा एंटी रामा राव, ठीक है जी। सो इन्हों समर्पित उन्होंने जिहड़ी है रिलीज़ किया उन्होंने नाम के उत्ते कॉइन, क्लीयर है। रिलीज द कैमोमेटेड कॉइन ऑन द एंट्रन ऑन द सेंटीमीटरी एयर ऑफ राष्ट्रपति भवन कल्चर ऑन 28 अगस्त ਨੂੰ ਇਹ ਚੀਜ਼ ਕੀਤੀ ਹੈ। एंटी रामा राव ਤੇ ਉਹ ਇਨ ਸਿਨੇਮਾ ਦੇ ਵਿੱਚ ਸੀਗੇ ਤੇ ਤੇਲਗੂ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ। ਹੀ ਬ੍ਰੈਥ ਲਾਈਫ ਇਨਟੂ ਦਾ ਪ੍ਰੋਮੀਨੈਂਟ ਕਰੈਕਟਰ ਆਫ ਰਾਮਾਇਣ ਤੇ ਮਹਾਭਾਰਤ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਹੈ ਭੂਮਿਕਾਵਾਂ ਬਹੁਤ ਜ਼ਿਆਦਾ ਨੇ, ਵਧੀਆ ਤਰੀਕੇ ਨਾਲ ਉਹਨਾਂ ਨੇ ਐਕਟ ਕੀਤਾ। क्लीयर आ गई गल बेटा। चलो जी हुण आ गए तुहाडे MCQ की बारी। सो विच कंट्री विल होस्ट द 7th असेंबली ऑफ द ग्लोबल इन्वायरमेंट फैकल्टी GEF। विच कंट्री विल होस्ट 7th असेंबली ऑफ द ग्लोबल इन्वायरमेंट रिलेटेड फैसिलिटी जिहड़ी हैगी है वो 7वीं असेंबली जिहड़ी होण लगी है उस चीज़ नूं किहड़ी कंट्री होस्ट करन वाली है। सो आंसर आ जाऊगा कैनेडा, आंसर तुहाडा C ऑप्शन। क्लीयर है। चलो हू रिलीज द आउटलुक ग्रुप कॉफी टेबल बुक, एक बुक आई है जिसका नाम है सिख एंड मोदी, सिक्स एंड मोदी, ए जर्नी ऑफ 9 ईयर। सो 9 सालों की जर्नी जी है सिखा की ते मोदी साहब जी की न्यू दिल्ली के विच एक बुक आई है उसनों लैके, तो वो किसने रिलीज़ की है, अमित शाह, JP नड्डा, नरेंद्र मोदी या फिर द्रौपदी मुर्मू। सो आंसर इज JP नड्डा, JP नड्डा BJP के प्रधान ने JP नड्डा जी, ठीक है जी, इन्होंने ये बुक नूं रिलीज़ किया। सो तुहाडे लई क्वेश्चन है क्वेश्चन ऑफ द डे जिहड़ा कि बहुत ज़्यादा इंपॉर्टेंट है। यस बैंक जिहड़ा है उन्हें लॉन्च किया है को ब्रांडेड कॉरपोरेट क्रेडिट कार्ड इन द पार्टनरशिप विद विच कंपनी। सो किहड़ी कंपनी दे नाल की है यस बैंक ने की किया है को ब्रांडेड कॉरपोरेट करिया क्रेडिट कार्ड की पार्टनरशिप दे विच, ठीक है। तुसीं कंपनी का नाम कमेंट सैक्शन जरूर दसना है। सो कल की गल करते हैं, जिहड़े बच्चों ने कल की न्यूज़ जिहड़ियां सीगियां उहदा आंसर दिता, बहुत सोहना आंसर दिता है। तो भूटान ने किहड़ी कंट्री नाल मिल के या चाइना ने किहड़ी कंट्री नाल मिल के की करिया सीगा, ये क्वेश्चन सीगा। तो उहदे विच आऊगा डीलिमिटेशन जिहड़ी सीगी तुहाडी डीलिमिटेशन एक मतलब कहना मीटिंग सीगी। सो इहदे विच भूटान ते चाइना का नाम आया सी, तां बिल्कुल सही आंसर खुशविंदर बरियार दा, कोमल दा
ਤੇ ਪ੍ਰਨੀਤ ਦਾ। ਠੀਕ ਹੈ, ਅਗਰ ਬੈਸਟ ਦੀ ਗੱਲ ਕਰਦਾ ਤਾਂ ਖੁਸ਼ਵਿੰਦਰ ਐਂਡ ਕੋਮਲ ਦੇਵੀ ਨੇ ਬਹੁਤ ਸੋਹਣਾ ਆਨਸਰ ਦਿੱਤਾ ਹੈ। ਥੈਂਕ ਯੂ ਸੋ ਮਚ ਗਾਇਜ਼, ਤੁਸੀਂ ਇਸ ਵੀਡੀਓ ਨੂੰ ਦੇਖਦੇ ਹੋ, ਇੰਨਾ ਪਿਆਰ ਕਰਦੇ ਹੋ ਔਰ ਪੜ੍ਹ ਕੇ ਇੱਦਾਂ ਦੇ ਆਨਸਰਸ ਦਿੰਦੇ ਹੋ। ਠੀਕ ਹੈ, ਮੈਨੂੰ ਬਹੁਤ ਅੱਛਾ ਲੱਗਦਾ, ਚਾਹੇ 2 ਹੋਣ, ਚਾਹੇ 3 ਹੋਣ, ਚਾਹੇ 1 ਹੋਵੇ। ਠੀਕ ਹੈ, ਜਿਹੜਾ ਆਨਸਰ ਦੇ ਰਿਹਾ ਉਹ ਸਾਰੇ ਜਣੇ ਸਕਸੈਸ ਹੋਣ ਆਪਣੀ ਲਾਈਫ ਦੇ ਵਿੱਚ, ਬਹੁਤ ਵਧੀਆ ਤਰੱਕੀ ਕਰੋ ਸਾਰੇ ਜਣੇ। ਠੀਕ ਹੈ, ਮੈਂ ਤਾਂ ਇਹੀ ਦੁਆਵਾਂ ਦੇ ਸਕਦਾ ਸਾਰਿਆਂ ਨੂੰ। ਠੀਕ ਹੈ, ਸੋ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਇਹ ਵੀਡੀਓ ਅੱਛੀ ਲੱਗੀ ਹੈ, ਚੰਗੀ ਲੱਗੀ ਹੈ, ਵਧੀਆ ਲੱਗੀ ਹੈ ਤਾਂ ਪਲੀਜ਼ ਇਹਨੂੰ ਲਾਈਕ ਜ਼ਰੂਰ ਕਰ ਦਿਓ, ਸ਼ੇਅਰ ਕਰ ਦਿਓ ਆਪਣੇ ਯਾਰਾਂ ਦੋਸਤਾਂ ਨਾਲ। ਰੋਜ਼ ਵਾਂਗੂ ਆਪਾਂ ਕਰਦੇ ਰਹਾਂਗੇ ਕਰੰਟ ਅਫੇਅਰਸ ਡੇਲੀ ਦੇ ਡੇਲੀ ਮਾਰਨਿੰਗ 7 ਵਜੇ। ਕਲੀਅਰ ਹੈ ਜੀ ਬੇਟਾ? ਚਲੋ ਜੀ, ਸੋ ਜਿਨ੍ਹਾਂ ਨੇ ਇਸ ਵੀਡੀਓ ਨੂੰ ਲਾਈਕ ਕਰਤਾ ਤੇ ਜਿਹੜੇ ਪਹਿਲੀ ਵਾਰੀ ਆਏ ਨੇ ਇਸ ਚੈਨਲ ਦੇ ਉੱਤੇ, ਸੋ ਸਾਰੇ ਜਣਿਆਂ ਨੂੰ ਇੱਕ ਗੁਜ਼ਾਰਿਸ਼ ਹੈ ਕਿ ਸਾਰੇ ਜਣੇ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਓ। ਸੋ ਥੈਂਕ ਯੂ ਸੋ ਮਚ ਗਾਇਜ਼, ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓਜ਼ ਐਂਡ ਜੈ ਜਵਾਨ ਜੈ ਕਿਸਾਨ, ਗॉड luck, all the best guys for your preparation. Thank you so much for watching. Bye bye, take care.